ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ केपी ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਬਹੁਤ ਘੱਟ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮੁੱਦਿਆਂ ਦੀ ਚਰਚਾ ਹੋਵੇ, ਮੁੱਦਿਆਂ ਤੇ ਗੱਲਬਾਤ ਹੋਵੇ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮੁੱਦਿਆਂ ਤੇ ਗੱਲਬਾਤ ਹੋਵੇ। ਪਰ ਸਾਰੀਆਂ ਸਿਆਸੀ ਧਿਰਾਂ ਧਰਮ ਦੇ ਏਜੰਡੇ ਵੱਲ ਕੋਸ਼ਿਸ਼ ਕਰਦੀਆਂ ਕਿ ਇਸ ਨੂੰ ਲੈ ਕੇ ਜਾਇਆ ਜਾਵੇ। ਅੱਜ ਉਹਨਾਂ ਤੋਂ ਸਵਾਲ ਵੀ ਕਰ ਲਈਏ ਜਿਹੜੇ ਏਜੰਡੇ ਵੱਲ ਉਹ ਜਾਣਾ ਚਾਹੁੰਦੇ ਆ। ਬੀਜੇਪੀ ਆਪਦੀ ਧਿਰ ਦੇ ਵਿੱਚ ਜਿਹੜੇ ਆਗੂ ਨੂੰ ਸ਼ਾਮਲ ਕਰ ਰਹੀ ਹੈ, ਉਹਦੇ ਵਿੱਚ ਸਿੱਖ ਚਿਹਰਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤੇ ਇਸ ਨੂੰ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਇਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਕਿ ਸਿੱਖ ਅਸੀਂ ਕਰ ਦਈਏ, ਸਿੱਖ ਸਾਰੇ ਬੀਜੇਪੀ ਦੇ ਨਾਲ ਖੜੇ ਹੋ ਗਏ ਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਕਹਿੰਦੀ ਹੈ ਸਿੱਖ ਫੇਸ 2022 ਦਾ ਸਾਡਾ ਚਿਹਰਾ ਹੋਊਗਾ, ਉਹ ਅਸੀਂ ਦੱਸਾਂਗੇ ਕਿ ਕਿਹੜਾ ਚਿਹਰਾ ਹੋਊਗਾ। ਤੇ ਅਕਾਲੀ ਕਹਿੰਦੇ ਆ ਕਿ ਇਹ ਸਿੱਖ ਵਿਰੋਧੀ ਨੇ ਸਾਰੇ, ਕਿਉਂਕਿ ਅਕਾਲੀ ਕਹਿੰਦੇ ਆ ਸਾਰੀ ਪੋਲਿਟਿਕਸ ਹੈ ਸਿੱਖਾਂ ਦੀ ਅਸੀਂ ਕਰਨੀ ਹੈ, ਹੋਰ ਕੋਈ ਨਹੀਂ ਕਰ ਸਕਦਾ। ਤੇ ਕਾਂਗਰਸ ਹੈ ਉਹ ਇਹਨਾਂ ਮੁੱਦਿਆਂ ਤੇ ਘਿਰੀ ਹੋਈ ਹੈ, ਕਿਉਂਕਿ ਬਰਗਾੜੀ ਵਾਲਾ ਮਾਮਲਾ ਉਹ ਸਿੱਖਾਂ ਨਾਲ ਸਿੱਧਾ ਜੁੜਿਆ ਹੋਇਆ ਤੇ ਹੁਣ ਡੇਰੇ ਵੀ ਜਾਣ ਲੱਗ ਪਏ, ਸਾਰੇ ਸਵਾਲ ਹੋਣੇ ਲਾਜ਼ਮੀ ਹੈ। ਪਰ ਇਹ ਸਿਆਸਤ ਹੈ ਜਿਹੜੀ ਸਿੱਖਾਂ ਤੋਂ ਭਾਲਦੀ ਕਿ ਅਸੀਂ ਇਹੀ ਸਵਾਲ ਕਰਨਾ, ਸਿੱਖਾਂ ਤੋਂ ਕਿਹੜੀ ਸਰਦਾਰੀ ਭਾਲਦੀ ਸਿਆਸਤ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ 2022 ਲਈ ਸਿੱਖਾਂ ਤੇ ਫੋਕਸ ਕਰ ਰਹੀ ਸਿਆਸਤ ਕਿਹੜੇ ਮਸਲੇ ਹੱਲ ਕਰੇਗੀ। ਸਵਾਲ ਇਹੀ ਹੈ ਤੇ ਇਸੇ ਸਵਾਲ ਤੇ ਬਹਿਸ ਹੋਵੇਗੀ। ਪੈਨਲ ਜਿਹੜਾ ਸਾਡੇ ਨਾਲ ਹੈ ਉਹਨਾਂ ਤੁਹਾਡਾ ਤਾਰਫ ਕਰਾਉਣਾ ਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਾਂਗੇ। ਰਾਣਾ ਬਲਜੀਤ ਸਿੰਘ ਚਹਿਲ ਕਾਂਗਰਸ ਸਪੋਕਸਪਰਸਨ ਹੈ। ਰਾਣਾ ਚਹਿਲ ਤੁਹਾਡਾ ਬਹੁਤ ਸਵਾਗਤ ਹੈ। ਅਰਵਿੰਦਰ ਸਿੰਘ ਭੱਟੀ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ। ਇਹਨਾਂ ਨੂੰ ਤੁਸੀਂ ਬਹੁਤ ਵਾਰ ਟੀਵੀ ਤੇ ਦੇਖਿਆ ਹੋਊਗਾ, ਪਰ ਹੁਣ ਇਹ ਵੱਖਰੇ ਰੂਪ ਵਿੱਚ ਟੀਵੀ ਤੇ ਤੁਹਾਡੇ ਨਾਲ ਬੈਠੇ ਨੇ। ਭੱਟੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਰਬਜੀਤ ਸਿੰਘ ਝਿੰਜਰ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ। ਝਿੰਜਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਕੁਲਦੀਪ ਸਿੰਘ ਧਾਲੀਵਾਲ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆ। ਧਾਲੀਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਜਿਵੇਂ ਬੈਠੇ ਹੈ ਇਵੇਂ ਵਿਧਾਨ ਸਭਾ ਦੇ ਵਿੱਚ ਇਹਨਾਂ ਦੀ ਸੀਟਾਂ ਤੇ ਇਹ ਅਗਲੀ ਵਾਰੀ 2022 ਦੇ ਵਿੱਚ ਜੋ ਬੈਠਣਗੇ ਸ਼ਾਇਦ ਅਦਲਾ ਬਦਲੀ ਵੀ ਹੋ ਸਕਦੀ ਹੈ। ਸਭ ਤੋਂ ਪਹਿਲਾ ਸਵਾਲ ਕੁਲਦੀਪ ਸਿੰਘ ਧਾਲੀਵਾਲ ਤੁਹਾਨੂੰ ਕਰਨਾ ਚਾਹੂੰਗਾ। ਕੁਲਦੀਪ ਸਿੰਘ ਧਾਲੀਵਾਲ, ਸਿੱਖਾਂ ਦੇ ਕਿਹੜੇ ਮਸਲੇ ਹੱਲ ਕਰਨ ਜਾ ਰਹੇ ਹੋ ਤੁਸੀਂ? ਸਿੱਖ ਕਰੀ ਜਾਂਦੇ ਹੋ, ਸਿੱਖ ਫੇਸ ਆ ਗਏ, ਸਾਡੇ ਕੋਲ ਸਿੱਖ ਫੇਸ ਆ ਗਏ, ਕਿਉਂ ਕਰਦੇ ਪਏ ਹੋ ਕੁਲਦੀਪ ਸਿੰਘ ਧਾਲੀਵਾਲ? ਤੁਸੀਂ ਸਿੱਧਾ ਕਹੋ ਨਾ, ਵੱਡੇ ਆਗੂ ਆ ਗਏ ਆ, ਸਾਡੇ ਚਿਹਰੇ ਹੋਣਗੇ, ਇਹ ਆਪਾਂ ਸਿੱਖ ਕਹਿ ਕੇ ਕਿਉਂ ਪ੍ਰਚਾਰ ਰਹੇ ਹਾਂ? ਕੁਲਦੀਪ ਸਿੰਘ ਧਾਲੀਵਾਲ ਨਹੀਂ, ਦੇਖੋ ਮੇਰੇ ਖਿਆਲ ਵਿੱਚ ਕਿਸੇ ਆਗੂ ਨੇ ਸਾਡੇ ਨੇ ਸਿਰਫ ਕੇਵਲ ਇਸ ਗੱਲ ਦਾ ਬਿਆਨ ਦਿੱਤਾ ਕਿ ਸਿੱਖ ਜਿਹੜੇ ਸ਼ਾਮਲ ਹੋ ਰਹੇ ਆ ਤਾਂ ਸੰਗਤ ਨਹੀਂ ਹੈਗਾ। ਮੈਂ ਤਾਂ ਉਹਨਾਂ ਨਾਲ ਸਹਿਮਤ ਹਾਂ। ਭਾਰਤੀ ਜਨਤਾ ਪਾਰਟੀ ਭਾਰਤ ਦੇ ਲੋਕਾਂ ਦੀ ਪਾਰਟੀ ਔਰ ਜੀ ਬੋਲੋ ਭਾਰਤੀ ਜਨਤਾ ਪਾਰਟੀ ਭਾਰਤ ਦੇ ਲੋਕਾਂ ਦੀ ਪਾਰਟੀ ਹੈ ਔਰ ਹਰ ਸਮੂਹ, ਹਰ ਵਰਗ, ਹਰ ਧਰਮ ਦੇ ਲੋਕ ਜਿਹੜੇ ਹੈਗੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈ ਔਰ ਅਲੱਗ-ਅਲੱਗ ਫਰੰਟ ਵੀ ਹੈਗੇ ਆ ਸਾਰਿਆਂ ਦੀ ਨੁਮਾਇੰਦਗੀ ਦੇ ਲਈ। ਤੋਂ ਇਸ ਦੇ ਵਿੱਚ ਇਕੱਲੇ ਸਿੱਖਾਂ ਦੀ ਗੱਲ ਕਰਨੀ ਜਾਂ ਸਾਡੇ ਚ ਸਿੱਖ ਚਿਹਰੇ ਸ਼ਾਮਲ ਹੋ ਰਹੇ ਆ, ਮੇਰੇ ਖਿਆਲ ਦੇ ਵਿੱਚ ਤਰਕਸੰਗਤ ਨਹੀਂ। ਜੇ ਕਿਸੇ ਆਗੂ ਨੇ ਬਿਆਨ ਇਦਾਂ ਦਾ ਦਿੱਤਾ ਵੀ ਹੈ ਤਾਂ ਉਹਦਾ ਪਰਸਨਲ ਬਿਆਨ ਹੋ ਸਕਦਾ। ਧਾਲੀਵਾਲ ਸਾਹਿਬ ਬਹੁਤ ਡਿਪਲੋਮੈਟਿਕ ਹੋ ਤੁਸੀਂ ਇਸ ਮਾਮਲੇ ਦੇ ਵਿੱਚ, ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਸੁਣਿਆ। ਕੁਲਦੀਪ ਸਿੰਘ ਧਾਲੀਵਾਲ, ਜੇ ਤੁਸੀਂ ਸ਼ਾਮਲ ਕਰ ਰਹੇ ਹੋ, ਸਿੱਖ ਚਿਹਰੇ ਸ਼ਾਮਲ ਕਰਦੇ ਪਏ ਹੋ, ਹੁਣ ਤੁਹਾਡੀ ਪੋਲਿਟਿਕਸ ਸਿੱਖਾਂ ਤੇ ਕੇਂਦਰਿਤ ਹੋ ਗਈ ਹੈ। ਕੁਲਦੀਪ ਸਿੰਘ ਧਾਲੀਵਾਲ, ਸਿੱਖ ਫੇਸ ਹੀ ਆਊਗਾ ਪੰਜਾਬ ਦੇ ਵਿੱਚ ਤੁਹਾਡਾ ਸੀਐਮ ਫੇਸ, ਜਾਂ ਹਜੇ ਤੁਸੀਂ ਉਹ ਚੂਜ਼ ਕਰਨਾ ਹੈ? ਕਿਉਂਕਿ ਤੁਸੀਂ ਪਹਿਲਾਂ ਦਲਿਤ ਸੀਮ ਵਾਲਾ ਬਿਆਨ ਦਿੱਤਾ ਸੀਗਾ, ਫਿਰ ਤੁਸੀਂ 117 ਸੀਟਾਂ ਵਾਲਾ ਬਿਆਨ ਦਿੱਤਾ, ਹੁਣ ਸ਼ੇਅਰਿੰਗ ਵਾਲਾ ਮਸਲਾ ਵੀ ਖੜਾ ਹੋ ਗਿਆ ਤੇ ਚਿਹਰਾ ਬਦਲਣ ਵਾਲਾ ਮਸਲਾ ਵੀ ਖੜਾ ਹੋ ਚੁੱਕਾ। ਕੁਲਦੀਪ ਸਿੰਘ ਧਾਲੀਵਾਲ, ਦੱਸ ਸਕਦੇ ਹੋ ਤੁਹਾਡੀ ਪਾਲਿਸੀ ਕੀ ਹੈ ਜਾਂ ਨਹੀਂ ਦੱਸਣੀ? ਅਜੇ ਪੱਤੇ ਨਹੀਂ ਖੋਲਣੇ? ਨਹੀਂ, ਦੇਖੋ ਜਿਹੜਾ ਸਾਡਾ ਤਾਂ ਬੜਾ ਕਲੀਅਰ ਕੱਟ ਸਟੈਂਡ ਆ, ਉਹ ਪਹਿਲਾਂ ਵੀ ਸੀਗਾ ਹੁਣ ਵੀ ਹੈਗਾ ਕਿ ਅਸੀਂ ਜਿਹੜਾ ਹੈਗਾ ਦਲਿਤਾਂ ਦੀ ਨੁਮਾਇੰਦਗੀ ਲਈ ਜਿਹੜਾ ਉਹ ਸੰਘਰਸ਼ ਕਰ ਰਹੇ ਹਾਂ। ਔਰ ਸਾਨੂੰ ਦੇਖ ਕੇ ਹੀ ਜਦੋਂ ਅਸੀਂ ਇਹ ਅਨਾਉਂਸ ਕੀਤਾ, ਅਕਾਲੀ ਦਲ ਨੇ ਗੱਲ ਕੀਤੀ ਡਿਪਟੀ ਸੀਐਮ ਦੀ, ਸਾਡੀ ਅਨਾਉਂਸਮੈਂਟ ਤੋਂ ਬਾਅਦ ਹੀ ਜਿਹੜਾ ਕਾਂਗਰਸ ਨੇ ਚੰਨੀ ਸਾਹਿਬ ਨੂੰ ਮੌਕਾ ਦਿੱਤਾ, ਭਾਵੇਂ 90 ਦਿਨਾਂ ਲਈ ਦਿੱਤਾ, ਚਲੋ ਅਸੀਂ ਬਹੁਤ ਖੁਸ਼ ਹਾਂ। ਕੁਲਦੀਪ ਸਿੰਘ ਧਾਲੀਵਾਲ, ਆਪਾਂ ਡਾਈਵਰਟ 1 ਮਿੰਟ ਚ ਹੋਏ ਨੇ। ਕੁਲਦੀਪ ਸਿੰਘ ਧਾਲੀਵਾਲ, ਮੇਰਾ ਸਵਾਲ ਬੜਾ ਸਿੱਧਾ ਹੁੰਦਾ ਹੈ। ਕੁਲਦੀਪ ਸਿੰਘ ਧਾਲੀਵਾਲ, ਮੇਰਾ ਸਵਾਲ ਇਹ ਹੈ ਤੁਸੀਂ ਦਲਿਤ ਸੀਐਮ ਫੇਸ ਦੇਣਾ ਜਾਂ ਉਹ ਬਦਲ ਗਿਆ ਹੁਣ ਤੁਹਾਡਾ? ਨਹੀਂ, ਅਸੀਂ ਦਲਿਤ ਸਿੱਖਾਂ ਦੀ ਨੁਮਾਇੰਦਗੀ ਲਈ ਔਰ ਦਲਿਤਾਂ ਦੀ ਨੁਮਾਇੰਦਗੀ ਲਈ। ਕੁਲਦੀਪ ਸਿੰਘ ਧਾਲੀਵਾਲ ਮਾਫ ਕਰਨਾ, ਮੈਂ ਤੁਹਾਨੂੰ ਵਿੱਚ ਰੋਕ ਰਿਹਾ। ਕੁਲਦੀਪ ਸਿੰਘ ਧਾਲੀਵਾਲ, ਸਿੱਖਾਂ ਵਿੱਚ ਦਲਿਤ ਹੁੰਦੇ ਆ ਸਰ ਜਾਂ ਸਿੱਖ ਹੁੰਦੇ ਆ? ਕੁਲਦੀਪ ਸਿੰਘ ਧਾਲੀਵਾਲ, ਨਹੀਂ, ਕਨਸਟੀਟਿਊਸ਼ਨ ਨੇ ਜੋ ਕਿਹਾ ਅਸੀਂ ਤਾਂ ਉਹਨੂੰ ਫੋਲੋ ਕਰਦੇ ਹਾਂ। ਅੱਛਾ, ਮੈਂ ਕਨਸਟੀਟਿਊਸ਼ਨ ਜਿਹੜੀ ਗੱਲ ਸਾਡਾ ਭਾਰਤ ਦਾ ਸੰਵਿਧਾਨ ਕਹਿੰਦਾ ਆਪਾਂ ਉਹਨੂੰ ਫੋਲੋ ਕਰਦੇ ਹਾਂ। ਚਲੋ, ਤਾਂ ਜਿਹੜੀ SC ST ਦੀ ਗੱਲ ਆ ਭਾਰਤ ਦੇ ਸੰਵਿਧਾਨ ਨੇ ਕੀਤੀ ਹੈ, ਕੁਲਦੀਪ ਸਿੰਘ ਧਾਲੀਵਾਲ ਨੇ ਜਾਂ ਭਾਰਤੀ ਜਨਤਾ ਪਾਰਟੀ ਨੇ। ਕੁਲਦੀਪ ਸਿੰਘ ਧਾਲੀਵਾਲ, ਤੁਸੀਂ ਬਹੁਤ ਵਧੀਆ ਮੁੱਦਾ ਛੇੜ ਲਿਆ। ਕੁਲਦੀਪ ਸਿੰਘ ਧਾਲੀਵਾਲ, ਮੇਰਾ ਇਹ ਮੁੱਦਾ ਹੈ ਨਹੀਂ ਸੀਗਾ ਪਰ ਤੁਸੀਂ ਛੇੜ ਲਿਆ। ਸਿੱਖਾਂ ਦਾ ਸਭ ਤੋਂ ਵੱਡਾ ਮਸਲਾ ਧਾਰਾ 25 ਵਿੱਚ ਸੋਧ ਕਰਵਾਉਣ ਜਾ ਰਹੀ ਹੈ ਬੀਜੇਪੀ ਜਾਂ ਨਹੀਂ? ਦੇਖੋ, ਜਿੰਨੇ ਸਿੱਖਾਂ ਦੇ ਮਸਲੇ KP ਭਾਰਤੀ ਜਨਤਾ ਪਾਰਟੀ ਨੇ ਹੱਲ ਕੀਤੇ ਆ, ਭਾਵੇਂ ਉਹ ਕਾਲੀ ਸੂਚੀ ਦੀ ਗੱਲ ਹੋਵੇ, ਭਾਵੇਂ 84 ਦਾ ਇਨਸਾਫ ਹੋਵੇ। ਦਾ ਸਪੈਸੀਫਿਕ ਸਵਾਲ ਕਰਦਾ ਪਿਆ ਕੁਲਦੀਪ ਸਿੰਘ ਧਾਲੀਵਾਲ, ਪਲੀਜ਼ ਆਪਾਂ ਫੋਕਸ ਰਹੀਏ ਸਰ। ਜੇ ਸਿੱਖਾਂ ਤੇ ਫੋਕਸ ਕਰ ਰਹੇ ਆ ਤੇ ਉਹਨਾਂ ਦੇ ਮਸਲਿਆਂ ਤੇ ਫੋਕਸ ਕਰੀਏ। ਮੇਰੀ ਗੱਲ ਪੂਰੀ ਹੋਣ ਦਿਓ ਸਰ, ਪੂਰੀ ਹੋਣ ਦਊਗਾ ਨਾ ਸਰ। ਆਪਾਂ ਡਾਈਵਰਟ ਹੋਏ ਨੇ ਕੁਲਦੀਪ ਧਾਲੀਵਾਲ, ਕਿਉਂ ਹੋ ਰਹੇ ਆ? ਬੋਲੋ ਪਲੀਜ਼। ਮੈਂ ਡਾਈਵਰਟ ਨਹੀਂ, ਟੂ ਦੀ ਪੁਆਇੰਟ ਗੱਲ ਕਰ ਰਿਹਾ। ਹਾਂ, ਬੋਲੋ ਪਲੀਜ਼। ਸਿੱਖਾਂ ਡਟਕ ਦੇ ਮਸਲੇ ਸੀ, 84 ਦੇ ਮਸਲੇ ਸੀ, ਕਾਲੀ ਸੂਚੀ ਦੇ ਮਸਲੇ ਸੀ, ਉਹ ਸਾਰੇ ਮਸਲੇ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਹੱਲ ਕੀਤੇ ਆ।
ਤਾਂ ਜ਼ਰੂਰੀ ਹੈ ਜਿਸ ਤੋਂ ਇਸ ਤੋਂ ਅਗਲੇ ਮਸਲੇ ਵੀ ਜਿਹੜੇ ਜਾਣਗੇ ਤਾਂ ਉਹਨਾਂ ਨੂੰ ਮਸਲਿਆਂ ਦੇ ਹੱਲ ਵੱਲ ਨੂੰ ਭਾਰਤੀ ਪੰਜਾਬ ਦੀ ਲੀਡਰਸ਼ਿਪ ਧਾਰਾ 25 ਵਿੱਚ ਸੋਧ ਦਾ ਮੁੱਦਾ ਚੁੱਕੂਗੀ ਕੇਂਦਰ ਅੱਗੇ ਜਾਂ ਨਹੀਂ? ਜਿਹੜੇ ਵੀ ਮੁੱਦੇ ਆ ਜਦੋਂ ਸਾਡੇ ਕੋਲੇ ਆਉਣਗੇ ਅਸੀਂ ਉਹਨੂੰ ਅੱਗੇ ਲੈ ਕੇ ਜਾਵਾਂਗੇ। ਇਸ ਮੁੱਦੇ ਤੋਂ ਘਬਰਾ ਕਿਉਂ ਰਹੇ ਹੋ ਤੁਸੀਂ? ਘਬਰਾ ਕਿਉਂ ਰਹੇ ਹੋ ਕੁਲਦੀਪ ਧਾਲੀਵਾਲ? ਤੁਸੀਂ ਕਹਿੰਦੇ ਹੋ ਸਿੱਖਾਂ ਦੇ ਸਾਰੇ ਮਸਲੇ ਹੱਲ ਕਰਾਵਾਂਗੇ, ਲਟਕਦੇ ਮਸਲੇ ਹੱਲ ਕਰਾਵਾਂਗੇ। ਇਹ ਬਹੁਤ ਸਾਲਾਂ ਤੋਂ ਲਟਕਦਾ ਮਸਲਾ ਕੁਲਦੀਪ ਸਿੰਘ ਧਾਲੀਵਾਲ, ਤੁਸੀਂ ਕਿਉਂ ਘਬਰਾ ਰਹੇ ਹੋ? ਬੋਲੋ ਨਾ ਖੁੱਲ ਕੇ। ਮੈਂ ਘਬਰਾ ਨਹੀਂ ਰਿਹਾ, ਟੂ ਦੀ ਪੁਆਇੰਟ ਗੱਲ ਕਰ ਰਿਹਾ ਹਾਂ। ਹਰੇਕ ਮਸਲੇ ਤੇ ਗੱਲ ਕਰਾਂਗੇ, ਭਾਵੇਂ ਇਹ ਵੀ ਮਸਲਾ ਜਿਹੜਾ ਹੈਗਾ ਇਹਨੂੰ ਵੀ ਲੈ ਕੇ ਅੱਗੇ ਜਾਵਾਂਗੇ ਔਰ ਇਹਦਾ ਹੱਲ ਕਰਾਂਗੇ। ਚਲੋ ਸਰਵਿਸ ਇੰਜਰ ਸਿੱਖਾਂ ਦੇ ਨੁਮਾਇੰਦੇ ਸਿਰਫ ਤੁਸੀਂ ਹੋ? ਜੇ ਕੋਈ ਹੋਰ ਪਾਰਟੀ ਸ਼ਾਮਲ ਕਰ ਤੁਸੀਂ ਕਹਿੰਦੇ ਪੰਥ ਨੂੰ ਖਤਰਾ, ਗੁਰਦੁਆਰਾ ਪ੍ਰਬੰਧਾਂ 'ਚ ਦਖਲ ਹੈ, ਇਹ ਕੀ ਚੱਕਰ ਹੈ? ਤੁਸੀਂ ਇਕੱਲੇ ਨੁਮਾਇੰਦੇ, ਹੋਰ ਕੋਈ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰ ਸਕਦਾ? ਸਰਵਿਸ ਇੰਜਰ ਕੇਪੀ ਜੀ ਨੁਮਾਇੰਦਗੀ ਕਰ ਸਕਦੇ ਨੇ, ਸਾਰੇ ਕਰ ਸਕਦੇ ਨੇ, ਪਰ ਨੁਮਾਇੰਦਗੀ ਦੇ ਜਿਹੜੀ ਮਨ ਦੇ ਵਿੱਚ ਚੋਰ ਆ, ਮਨ ਦੇ ਵਿੱਚ ਕਾਲਸ ਆ। ਨੁਮਾਇੰਦਗੀ ਨਹੀਂ ਹੋ ਰਹੀ ਸਿੱਖਾਂ ਦੀ। ਸਿੱਖਾਂ ਤੇ ਹੱਕਾਂ ਤੇ ਡਾਕਾ ਤੇ ਸਿੱਖਾਂ ਨੂੰ ਦਬਲ ਨੂੰ ਕੁਚਲਣ ਦੀ ਇੱਕ ਬੜੀ ਲੰਬੀ ਪਲੈਨਿੰਗ ਆ। ਕੇਂਦਰ ਦੀਆਂ ਸਰਕਾਰਾਂ ਹਮੇਸ਼ਾ ਹੀ ਸਿੱਖਾਂ ਦੇ, ਖਾਸ ਕਰਕੇ ਪੰਜਾਬੀਆਂ ਦੇ, ਮੈਂ ਇਕੱਲੇ ਸਿੱਖਾਂ ਦੇ ਨਹੀਂ, ਪੰਜਾਬ ਸਟੇਟ ਦੇ ਹੀ, ਪੰਜਾਬੀਅਤ ਦੇ ਖਿਲਾਫ ਰਹੀਆਂ ਨੇ। ਬੇਸ਼ੱਕ ਅਸੀਂ ਬੀਜੇਪੀ ਦੇ ਨਾਲ ਰਹਿ ਕੇ ਸਰਕਾਰ ਦੇ ਵਿੱਚ ਰਹੇ ਹਾਂ ਕਿਉਂਕਿ ਮਜਬੂਰੀ ਸੀ, ਕਿਉਂਕਿ ਕੇਂਦਰ ਵਿੱਚ ਦੋ ਮੁੱਖ ਪਾਰਟੀਆਂ ਨੇ, ਜਾਂ ਕਾਂਗਰਸ ਹੈ ਜਾਂ ਬੀਜੇਪੀ ਆ। ਸੋ ਅਸੀਂ ਬੀਜੇਪੀ ਦੇ ਨਾਲ ਰਲ ਕੇ ਜਿਹੜੇ ਆਪਣੇ ਮਸਲੇ ਕਾਫੀ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਬਹੁਤ ਮਸਲੇ ਨੇ ਜਿਹੜੇ ਉਹਨਾਂ ਸਾਡੇ ਕਹਿਣ ਦੇ ਬਾਵਜੂਦ ਵੀ ਨਹੀਂ ਕੀਤੇ। ਤੇ ਜਦੋਂ ਬਿਲਕੁਲ ਹੀ ਸਾਡੇ ਖੇਤੀਬਾੜੀ ਤੇ ਸਾਡੇ ਜਿਹੜੇ ਮੁੱਖ ਧੰਦੇ ਤੇ ਆ ਗਏ, ਚਲੋ ਅਸੀਂ ਪਾਸਾ ਵੱਟ ਲਿਆ, ਉਹ ਵਿਸ਼ਾ ਵੱਖਰਾ। ਜਿਹੜੀ ਮੈਂ ਗੱਲ ਕਰ ਰਿਹਾ ਇਸ ਸਮੇਂ, ਜੇ ਗੱਲ ਤੁਸੀਂ ਸਿੱਖਾਂ ਦੀ ਛੇੜ ਲਈ ਆ, ਹਾਲਾਂਕਿ ਆਪਾਂ ਨੇ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ, ਪਰ ਜਿਵੇਂ ਕਾਂਗਰਸ ਸਰਕਾਰ ਨੇ ਸਿੱਖਾਂ ਨੂੰ ਦਬਲ ਕੁਚਲਣ ਦੀ ਕੋਸ਼ਿਸ਼ ਕੀਤੀ ਆ, ਦਿੱਲੀ ਦਾ ਪਤਾ ਨਹੀਂ ਕੀ, ਮੈਂ ਤਾਂ ਅਕਸਰ ਬੋਲਦਾ ਹੁੰਦਾ ਕਿ ਦਿੱਲੀ ਦਾ ਤਖਤ ਪਤਾ ਨਹੀਂ ਕਿੱਦਾਂ ਦਾ ਤਖਤ ਆ, ਜਿਹੜਾ ਮੁਗਲਾਂ ਤੋਂ ਲੈ ਕੇ 500 ਸਾਲ ਤੋਂ ਪੰਜਾਬੀ ਤੇ ਖਾਸ ਕਰਕੇ ਚੰਜਰ ਸਾਹਿਬ ਇੱਕ ਮਿੰਟ ਸਰ, ਸਵਾਲ ਤਾਂ ਲੈ ਲਓ ਨਾ। ਚੰਜਰ ਸਾਹਿਬ ਤੁਸੀਂ ਬੋਲ ਲਿਆ ਨਾ ਸਰ, ਹੁਣ ਸਵਾਲ ਤਾਂ ਲੈ ਲਓ ਨਾ। ਚੰਜਰ ਸਾਹਿਬ ਤੁਸੀਂ ਕਹਿੰਦੇ ਆ ਬੀਜੇਪੀ ਨਾਲ ਅਸੀਂ ਰਹੇ, ਸਰ ਧਾਰਾ 25 ਵਿੱਚ ਸੋਧ ਦਾ ਮਾਮਲਾ ਅਕਾਲੀ ਦਲ ਚੁੱਕਣਾ ਚਾਹ ਰਿਹਾ ਜਾਂ ਨਹੀਂ? ਬਿਲਕੁਲ ਅਸੀਂ ਤਾਂ ਚਾਹੁੰਦੇ ਆ। ਕਦੋਂ ਸਰ ਤੁਸੀਂ ਸਰਕਾਰ 'ਚ ਰਹਿੰਦੇ ਆ, ਜਦੋਂ ਤੁਹਾਡੀ ਸਾਂਝ ਸੀਗੀ ਸਰ, ਕਿੰਨੇ ਵਾਰੀ ਇਹ ਮੁੱਦਾ ਚੁੱਕਿਆ? ਏਪੀ ਜੀ ਅਸੀਂ ਤਾਂ ਮੁੱਦਾ ਹਰ ਵਾਰੀ ਚੁੱਕਿਆ। ਚੰਜਰ ਸਾਹਿਬ ਕੌਮ ਲਾਨੋ ਸਿੱਖਾਂ ਜਿਹੜਾ ਹਿੰਦੂ ਮੈਰਿਜ ਐਕਟ ਹੈ, ਸਿੱਖਾਂ ਦਾ ਆਪਣਾ ਮੈਰਿਜ ਐਕਟ, ਸਾਰੇ ਮੁੱਦੇ ਨੇ ਜਿਹੜੇ, ਪਰ ਇਹਨਾਂ ਦੀ ਜਿਹੜੀ ਨੀਤ ਹੈ, ਅਸੀਂ ਬੜੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਬੀਜੇਪੀ ਨੇ ਵੀ, ਸਾਡੀ ਭਾਈ ਵਾਲੀ ਸਰਕਾਰ ਸੀ ਭਾਵੇਂ, ਉਹ ਜਿੱਦਾਂ ਉਹਨਾਂ ਨੇ ਸਾਡੇ ਜਿਹੜੇ ਮਸਲੇ ਹੱਲ ਕਰਨੇ ਚਾਹੀਦੇ ਸੀ ਨਹੀਂ ਕੀਤੇ ਉਹਨਾਂ ਨੇ ਮਸਲੇ ਹੱਲ। ਤਾਂ ਹੀ ਅੱਜ ਅਸੀਂ ਅਲੱਗ-ਅਲੱਗ ਬੈਠੇ ਆ ਨਾ। ਜੇ ਸਾਡੇ ਮਸਲੇ ਹੱਲ ਨਹੀਂ ਹੋਏ, ਹੋਰ ਕਾਹ ਤੋਂ ਬੈਠੇ ਆ? ਅਸੀਂ ਵਜ਼ੀਰੀਆਂ ਛੱਡ ਕੇ ਇੰਨੇ ਸਾਲ ਦੀ ਜਿਹੜੀ ਸਾਂਝ ਸੀ ਉਹਨੂੰ ਤੋੜ ਕੇ ਅਲੱਗ ਕਿਉਂ ਬੈਠੇ ਆ? ਕਿਉਂਕਿ ਉਹਨਾਂ ਨੇ ਸਰ ਉਹ ਸਿੱਖਾਂ ਦੇ ਮਸਲਿਆਂ ਕਰਕੇ ਵਜ਼ੀਰੀ ਛੱਡੀ ਹੈ ਸਰ ਤੁਸੀਂ? ਸਰ ਉਹ ਕਿਸਾਨ ਹੈ, ਤੁਸੀਂ ਕਿਸਾਨਾਂ ਨੂੰ ਵੀ ਸਿੱਖਾਂ ਦੇ ਭੇਸ ਵਿੱਚ ਵੰਡਦੇ ਪਏ ਹੋ, ਜਿਵੇਂ ਬੀਜੇਪੀ ਅਟਰੈਕ ਕਰਦੀ ਸੀ ਉਵੇਂ ਤੁਸੀਂ ਕਰਦੇ ਪਏ ਹੋ। ਤੁਸੀਂ ਸਰ ਸਿੱਖਾਂ ਕਰਕੇ ਵਜ਼ੀਰੀ ਨਹੀਂ ਛੱਡੀ? ਕੇਪੀ ਜੀ ਹੁਣ ਜਦੋਂ ਹੁਣ ਸਰਕਾਰ ਦੇ ਵਿੱਚੋਂ ਬਾਹਰ ਆਉਣ ਦਾ ਸਮਾਂ ਸੀ, ਜਾਂ ਉਹਨਾਂ ਦੇ ਨਾਲ ਜਿਹੜੀ ਭਾਈਚਾਰਕ ਸਾਂਝ ਤੋੜਨ ਦੀ ਗੱਲ ਸੀ, ਹੁਣ ਜਿਹੜਾ ਲੇਟੈਸਟ ਮਸਲਾ ਸੀ ਉਹ ਤਾਂ ਕਿਸਾਨੀ ਮਸਲਾ ਹੀ ਸੀ। ਸਰ ਸਿੱਖਾਂ ਕਰਕੇ ਨਹੀਂ ਛੱਡੀ ਨਾ ਤੁਸੀਂ, ਫਿਰ ਆਪਾਂ ਐਡਮਿਸ਼ਨ ਕਰੀਏ ਨਾ, ਇਸ ਚੀਜ਼ ਨੂੰ ਐਡਮਿਟ ਕਰੀਏ ਸਰ। ਕਿਸਾਨ ਤਾਂ ਦੇਖੋ, ਸਿੱਖ ਵੀ ਕਿਸਾਨ ਆ, ਹਿੰਦੂ ਵੀ ਕਿਸਾਨ ਆ, ਮਸਲਾ ਤਾਂ ਇਹੀ ਹੈ ਸਰ, ਮਸਲਾ ਤਾਂ ਇਹ ਢਿੱਡ ਦਾ ਸਵਾਲ ਹੈ ਸਰ। ਇੱਕ ਛੋਟਾ ਜਿਹਾ ਬ੍ਰੇਕ ਲੂੰਗਾ, ਬ੍ਰੇਕ ਤੋਂ ਬਾਅਦ ਵਾਪਸ ਆਊਂਗਾ, ਬਾਕੀ ਪਾਰਟੀਆਂ ਕੋਲ ਵੀ ਜਾਣਾ। ਸਿੱਖਾਂ ਤੋਂ ਕਿਹੜੀ ਸਰਦਾਰੀ ਭਾਲਦੀ ਹੈ ਸਿਆਸਤ? ਅਸੀਂ ਇਹਨਾਂ ਮੁੱਦਿਆਂ ਤੇ ਡਿਬੇਟ ਕਰਕੇ ਰਾਜੀ ਨਹੀਂ ਹੈਗੇ ਕਿ ਉਹ ਧਰਮ ਜਾਤ ਦੇ ਮੁੱਦੇ ਤੇ ਜਿਹੜੀ ਡਿਬੇਟ ਹੁੰਦੀ ਹੈ, ਪਰ ਜਦੋਂ ਤੁਹਾਨੂੰ ਦੱਸਣਾ ਚਾਹੀਦਾ ਕਿ ਇਹ ਸਾਰੀਆਂ ਪਾਰਟੀਆਂ ਕਰਦੀਆਂ ਕੀ ਆ, ਉਦੋਂ ਡਿਬੇਟ ਹੋਣੀ ਵੀ ਚਾਹੀਦੀ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਸਿੱਖਾਂ ਤੋਂ ਕਿਹੜੀ ਸਰਦਾਰੀ ਭਾਲਦੀ ਹੈ ਸਿਆਸਤ? ਅਸੀਂ ਵੱਡਾ ਸਵਾਲ ਪੁੱਛ ਰਹੇ ਹਾਂ। 2022 ਲਈ ਸਿੱਖਾਂ ਤੇ ਫੋਕਸ ਕਰ ਰਹੀ ਸਿਆਸਤ, ਕਿਹੜੇ ਮਸਲੇ ਹੱਲ ਕਰੀ? ਕੱਲੇ ਮਸਲੇ ਗਿਣਾਵਾਂਗੇ। ਪੱਟੀ ਸਾਹਿਬ, ਤੁਹਾਡੀ ਧਿਰ ਨੇ ਕਿਹਾ ਸੀਗਾ ਕਿ ਅਸੀਂ ਸਿਆਸਤ ਬਦਲਣ ਆਏ ਹਾਂ ਪੱਟੀ ਸਾਹਿਬ, ਪਰ ਤੁਹਾਡੇ ਸੀਐਮ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੁਹਾਡੇ ਸ਼ਹਿਰ 'ਚ ਆ ਕੇ ਇਹ ਬਿਆਨ ਦਿੰਦੇ ਆ ਪੱਟੀ ਸਾਹਿਬ ਕਿ ਸਿੱਖ ਫੇਸ ਲੈ ਕੇ ਆਵਾਂਗੇ। ਸਿੱਧਾ ਕਿਉਂ ਨਹੀਂ ਕਹਿੰਦੇ ਸਰ ਇੱਕ ਚਿਹਰਾ ਹੋਊਗਾ ਜਿਹੜਾ ਕਾਬਲ ਹੋਊਗਾ ਪੰਜਾਬ ਦੀ ਸਿਆਸਤ ਨੂੰ ਸਾਂਭਣ ਦੇ ਲਈ, ਪੰਜਾਬ ਦੇ ਲੋਕਾਂ ਦੇ ਲਈ? ਪੱਟੀ ਸਾਹਿਬ ਤੁਸੀਂ ਵੀ ਧਰਮ ਵਾਲੀ ਸਿਆਸਤ ਸ਼ੁਰੂ ਕਰਤੀ ਪੱਟੀ ਸਾਹਿਬ। ਨਹੀਂ ਕੇਪੀ ਜੀ, ਇਸ ਧਰਮ ਦੀ ਸਿਆਸਤ ਨਹੀਂ ਹੈ। ਦਰਅਸਲ ਜਦੋਂ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਅਸੀਂ ਪੰਜਾਬ ਦਾ ਜਿਹੜਾ ਸੀਐਮ ਫੇਸ ਲਿਆਵਾਂਗੇ ਉਹ ਇੱਕ ਸਿੱਖ ਚਿਹਰਾ ਹੋਏਗਾ ਤੇ ਪੰਜਾਬ ਤੇ ਉਹਨੂੰ ਮਾਣ ਹੋਏਗਾ, ਦਰਅਸਲ ਉਹਨਾਂ ਨੇ ਇਹ ਨਹੀਂ ਕਿਹਾ ਕਿ ਕੋਈ ਵੀ ਅਸੀਂ ਕਿਸੇ ਵੀ ਸਿੱਖ ਨੂੰ ਬਣਾਵਾਂਗੇ। ਉਹਨਾਂ ਦੇ ਮਾਈਂਡ 'ਚ ਉਹ ਚਿਹਰਾ ਐਕਚੁਅਲੀ ਹੈ। ਹੁਣ ਕਿਹੜਾ ਹੈ, ਹੁਣ ਇਹ ਨਾ ਮੈਨੂੰ ਪੁੱਛਿਆ ਵੀ ਹੁਣ ਕੌਣ ਹੈ। ਨਹੀਂ ਮੈਂ ਤਾਂ ਇਹ ਕਹਿ ਦੂੰਗਾ ਪੱਟੀ ਸਾਹਿਬ ਕਿਉਂ ਨਹੀਂ, ਮੈਂ ਇਹ ਕਹਿ ਦੂੰਗਾ ਪੱਟੀ ਸਾਹਿਬ ਕਿਉਂ ਨਹੀਂ, ਤੁਸੀਂ ਸਿੱਖ ਫੇਸ ਨਹੀਂ ਹੈਗੇ ਸਰ। ਮੈਂ ਉਹੀ ਕਹਿ ਰਿਹਾ ਜੀ, ਪਰ ਉਹਨਾਂ ਦੇ ਮਾਈਂਡ 'ਚ ਜਿਹੜੀ ਗੱਲ ਸੀਗੀ ਉਹ ਇਹ ਸੀਗੀ ਕਿ ਜਿਹੜਾ ਬੰਦਾ ਉਹਨਾਂ ਦੇ ਮਾਈਂਡ 'ਚ ਹੈਗਾ
ਉਹ ਤੇ ਪੰਜਾਬ ਨੂੰ ਮਾਣ ਵੀ ਹੋਏਗਾ ਤੇ ਉਹ ਸਿੱਖ ਵੀ ਹੋਏਗਾ। ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਸੀ। ਅਦਰਵਾਈਜ਼ ਸਾਡੀ ਪਾਰਟੀ 'ਚ ਬਹੁਤ ਵਧੀਆ ਹਿੰਦੂ ਚਿਹਰੇ ਵੀ ਨੇ ਜਿਹੜੇ ਬੜੇ ਸਮਝਦਾਰ ਨੇ, ਬੜੇ ਸਲੀਕੇ ਵਾਲੇ ਨੇ, ਜਿਹੜੇ ਸੀਐਮ ਬਣਨ ਦੇ ਕਾਬਿਲ ਵੀ ਨੇ। ਸੋ ਐਸੀ ਕੋਈ ਗੱਲ ਨਹੀਂ। ਚਲੋ ਮੈਂ ਇੱਕ ਸਵਾਲ ਕਰ ਲਾਂ ਇਸ ਭੱਟੀ ਸਾਹਿਬ ਇੱਕ ਸਵਾਲ ਕਰ ਲਾਂ। ਭਗਵੰਤ ਮਾਨ ਤੁਸੀਂ ਸਿੱਖ ਚਿਹਰਾ ਮੰਨਦੇ ਹੋ ਜਾਂ ਨਹੀਂ? ਜੀ ਮੰਨਦੇ ਹਾਂ ਜੀ। ਅੱਛਾ, ਭਗਵੰਤ ਮਾਨ ਹੋ ਸਕਦੇ ਆ ਸੀਐਮ ਫੇਸ ਜਾਂ ਨਹੀਂ? ਸਰ ਕੋਈ ਵੀ ਹੋ ਸਕਦਾ, ਜਿੱਦਾਂ ਤੁਸੀਂ ਕਿਹਾ ਮੈਂ ਵੀ ਹੋ ਸਕਦਾ। ਅੱਛਾ ਭੱਟੀ ਸਾਹਿਬ, ਬੜੀ ਖੁਸ਼ੀ ਹੋਈ ਸਾਨੂੰ। ਭੱਟੀ ਸਾਹਿਬ ਇੱਕ ਸਵਾਲ ਇਹ ਹੈਗਾ, ਤੁਸੀਂ ਕਹਿੰਦੇ ਧਰਮ ਦੀ ਸਿਆਸਤ ਨਹੀਂ ਕਰਦੀ ਤੁਹਾਡੀ ਧਿਰ। ਭੱਟੀ ਸਾਹਿਬ ਉੱਤਰਾਖੰਡ ਦੇ ਵਿੱਚ ਕੇਜਰੀਵਾਲ ਸਾਹਿਬ ਜਾਂਦੇ, ਉੱਥੇ ਕਹਿੰਦੇ ਅਧਿਆਤਮਿਕ ਰਾਜਧਾਨੀ ਬਣਾਵਾਂਗੇ, ਹਿੰਦੂਆਂ ਦੀ ਅਧਿਆਤਮਿਕ ਰਾਜਧਾਨੀ ਬਣਾਵਾਂਗੇ। ਸਰ ਉਹ ਧਰਮ ਦੀ ਪੋਲਿਟਿਕਸ ਨਹੀਂ ਹੈਗੀ ਭੱਟੀ ਸਾਹਿਬ? ਸਰ ਆਪਾਂ ਆਈ ਥਿੰਕ ਸਿੱਖਾਂ ਬਾਰੇ ਗੱਲ ਕਰ ਰਹੇ ਸੀ ਇਸ ਵੇਲੇ, ਉਹ ਤੁਸੀਂ ਦੂਜੇ ਪਾਸੇ ਚਲੇ ਗਏ। ਨਹੀਂ, ਮੈਂ ਸਰ ਧਰਮ ਦੀ ਪੋਲਿਟਿਕਸ ਦੀ ਗੱਲ ਕਰਦਾ ਪਿਆ ਸਰ। ਸਾਰੇ ਲੋਕ ਧਰਮ ਦੀ ਸਿਆਸਤ ਕਰਦੇ ਪਏ ਸਰ। ਦੇਖੋ ਹਰ ਪਾਰਟੀ, ਦੇਖੋ ਹੁਣ ਇੱਧਰ ਹੁਣ ਕੀ ਹੋ ਰਿਹਾ, ਅਕਾਲੀ ਦਲ ਵੱਲ ਕੀ ਹੋ ਰਿਹਾ, ਵੱਡੇ ਵੱਡੇ ਜਿਹੜੇ ਇਹਨਾਂ ਦੇ ਲੀਡਰ ਨੇ ਉਹ ਮੰਦਰਾਂ 'ਚ ਵੀ ਜਾ ਰਹੇ, ਗੁਰਦੁਆਰਿਆਂ 'ਚ ਵੀ ਜਾ ਰਹੇ ਆ, ਈਸਾਈਆਂ ਕੋਲ ਵੀ ਜਾ ਰਹੇ ਆ, ਤੇ ਹੁਣ ਡੇਰਿਆਂ 'ਚ ਜਾਣ ਦਾ ਹੁਣ ਸਿਲਸਿਲਾ ਸ਼ੁਰੂ ਕੀਤਾ ਹੈ। ਸਾਰੀਆਂ ਪਾਰਟੀਆਂ ਏਦਾਂ ਕਰਦੀਆਂ। ਇਹ ਕੋਈ ਇਹ ਨਹੀਂ ਕਿ ਧਰਮ ਦੀ ਸਿਆਸਤ ਹੁੰਦੀ ਹੈ, ਮਤਲਬ ਧਾਰਮਿਕ ਲੋਕਾਂ ਨੂੰ, ਵੱਖ-ਵੱਖ ਧਰਮਾਂ 'ਚ ਵਸੇ ਲੋਕਾਂ ਨੂੰ ਆਪਣੇ ਨਾਲ ਜੁੜਨ ਦੀ ਕਵਾਇਦ ਹੁੰਦੀ ਹੈ। ਨਹੀਂ, ਆਪਾਂ ਇਹ ਮੰਨ ਕੇ ਚੱਲੀਏ ਭੱਟੀ ਸਾਹਿਬ ਵੀ ਕੋਈ ਵੀ ਧਿਰ ਹੈ ਜਿਹੜੀ ਉਹ ਇੱਕ ਦੂਜੇ ਤੋਂ ਵੱਖਰੀ ਨਹੀਂ ਹੈਗੀ, ਸਾਰਿਆਂ ਦਾ ਵੋਟ ਬੈਂਕ ਹੈ, ਜਾਣਾ ਹੀ ਪੈਣਾ। ਵੋਟ ਬੈਂਕ ਨਹੀਂ, ਮੈਂ ਤੁਸੀਂ ਇਹ ਨਹੀਂ ਕਹਿ ਸਕਦੇ, ਪਰ ਜਿਹੜੇ ਵੋਟਰ ਨੇ ਉਹਨਾਂ ਦੇ ਹਰ ਕਿਸੇ ਦੀ ਆਸਥਾ ਹੋਰ ਕਿਸੇ ਤੋਂ ਹੋ ਸਕਦੀ ਹੈ। ਇਸ ਕਰਕੇ ਅਸੀਂ ਹਰ ਪਾਸੇ ਜਾਣਾ ਚਾਹੁੰਦੇ ਹਾਂ। ਚਲੋ ਰਾਣਾ ਬਲਜੀਤ ਸਿੰਘ ਚਹਿਲ ਨੂੰ ਨਾਲ ਜੋੜ ਕੇ ਤੋਂ ਠੀਕ ਹੈ। ਮੈਂ ਆ ਰਿਹਾ ਮਿਸਟਰ ਧਾਲੀਵਾਲ। ਰਾਣਾ ਬਲਜੀਤ ਸਿੰਘ ਚਹਿਲ, ਤੁਹਾਡੀ ਧਿਰ ਹੈ ਜਿਹੜੀ ਉਹ ਇਸ ਕਰਕੇ ਆਈ ਸੀ, ਬਰਗਾੜੀ ਜਿਹੜਾ ਸਾਰਾ ਇਹ ਕਾਂਡ ਹੋਇਆ ਸੀਗਾ, ਬਰਗਾੜੀ ਬੇਅਦਬੀ ਵਾਲਾ ਮਸਲਾ ਹੋਇਆ ਸੀਗਾ, ਉਸ ਤੋਂ ਬਾਅਦ ਸੱਤਾ 'ਚ ਪਰਿਵਰਤਨ ਹੋਇਆ ਸੀਗਾ। ਰਾਣਾ ਬਲਜੀਤ ਸਿੰਘ ਚਹਿਲ, ਉਹ ਮੁੱਦੇ ਸਾਰੇ ਹਜੇ ਪੈਂਡਿੰਗ ਹੈ। ਤੁਸੀਂ ਕਹਿ ਰਹੇ ਹੋ ਕਿ ਅਸੀਂ ਸਿੱਖਾਂ ਦੇ ਸਾਰੇ ਮਸਲੇ ਹੱਲ ਕਰਾਂਗੇ, ਕੌਮ ਦੇ ਸਾਰੇ ਮਸਲੇ ਹੱਲ ਕਰਾਂਗੇ। ਰਾਣਾ ਬਲਜੀਤ ਸਿੰਘ ਚਹਿਲ, ਕਿਵੇਂ ਵਿਸ਼ਵਾਸ ਕਰ ਲੈਣ ਲੋਕ ਤੁਹਾਡੇ ਤੇ? ਕੇਪੀ ਸਾਹਿਬ, ਪਹਿਲੀ ਤਾਂ ਗੱਲ ਇਹ ਆ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ, ਬਿਲਕੁਲ ਮੈਂ ਇੱਥੇ ਤੁਹਾਡੇ ਮਾਧਿਅਮ ਨਾਲ ਦੋਨੇ ਹੱਥ ਜੋੜ ਕੇ ਸੰਗਤਾਂ ਤੋਂ ਮਾਫੀ ਮੰਗਦਾ ਕਿ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਨਾਕਾਮਯਾਬੀ ਰਹੀ ਹੈ ਕਿ ਜਿਹੜੇ ਵਾਅਦਿਆਂ ਕਰਕੇ ਆਈ ਸੀ। ਸਭ ਤੋਂ ਵੱਡਾ ਬੇਅਦਬੀ ਦਾ ਮੁੱਦਾ ਸੀ, ਉਸ ਤੋਂ ਬਾਅਦ ਨਸ਼ੇ ਦਾ ਮੁੱਦਾ ਸੀ, ਉਹਨੂੰ ਹੱਲ ਕਰਨ ਦੇ ਵਿੱਚ ਨਾਕਾਮਯਾਬ ਰਹੇ। ਉਹਦਾ ਕਾਰਨ ਸਭ ਤੋਂ ਵੱਡਾ ਇਹ ਸੀ, ਫਿਰ ਗੱਲ ਹੋ ਜਾਣੀ ਹੈ ਵੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇੱਕ ਸਾਂਝ ਸੀ ਬਾਦਲ ਪਰਿਵਾਰ ਨਾਲ, ਉਹਦੇ ਕਰਕੇ ਮਸਲੇ ਨਹੀਂ ਹੱਲ ਹੋਏ। ਪਰ ਸਾਡੀ ਪਾਰਟੀ ਦੇ ਜੋ ਲੀਡਰ ਸੀਗੇ, ਜੋ ਅਖਲਾਕੀ ਲੀਡਰ ਸੀਗੇ, ਸੁਖਜਿੰਦਰ ਰੰਧਾਵਾ ਹੋ ਗਏ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੋ ਗਏ, ਜਾਂ ਹੁਣ ਚੰਨੀ ਸਾਹਿਬ ਆ, ਇਹਨਾਂ ਦੀ ਇੰਟੈਂਸ਼ਨਸ ਬੜੀਆਂ ਕਲੀਅਰ ਹੈ ਕਿ ਇਹ ਮੁੱਦੇ ਹੱਲ ਹੋਣੇ ਚਾਹੀਦੇ। ਤੇ ਦੂਸਰੀ ਗੱਲ ਹੈ, ਜਿੱਥੋਂ ਤੱਕ ਸਿੱਖ ਚਿਹਰੇ ਦਾ, ਬਿਲਕੁਲ ਕਾਂਗਰਸ ਦੀ ਨਾਕਾਮਯਾਬੀ ਕਰਕੇ ਅੱਜ ਬੀਜੇਪੀ ਪੰਜਾਬ ਦੇ ਵਿੱਚ ਇਹ ਪੱਤਾ ਖੇਡ ਰਹੀ ਹੈ ਸਿੱਖਾਂ ਦਾ, ਕਿਉਂਕਿ ਕਾਂਗਰਸ ਪਾਰਟੀ ਮੌਜੂਦਾ ਸਰਕਾਰ ਦੇ ਵਿੱਚ ਸੱਤਾ ਦੇ ਹੋਣ ਕਰਕੇ ਸਿੱਖਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਨਾਕਾਮਯਾਬ ਰਹੇ ਆ। ਇਹ ਮੈਂ ਤੁਹਾਡੇ ਮਾਧਿਅਮ ਦੇ ਨਾਲ ਗੱਲ ਮੰਨਦਾ, ਇਸ ਚੀਜ਼ ਨੂੰ ਐਕਸੈਪਟ ਕਰਦਾ। ਉਸੇ ਗੱਲ ਕਰਕੇ ਹੁਣ ਤੁਸੀਂ ਦੇਖੋ, ਚੋਣ ਪ੍ਰਚਾਰਾਂ ਦੀਆਂ ਜਿਹੜੀਆਂ ਸਟੇਜਾਂ ਹੋਣਗੀਆਂ, ਜੇ ਕਾਂਗਰਸ ਪਾਰਟੀ ਮਸਲਾ ਬਿਲਕੁਲ ਨਾ ਹੱਲ ਕਰ ਸਕੀ ਤਾਂ ਲੀਡਰਾਂ ਦੀਆਂ ਸਪੀਚਾਂ ਇਹ ਹੋਣੀਆਂ। ਦੇਖੋ ਜੀ, ਇੱਕ ਤਾਂ 10 ਸਾਲ ਦੇ ਵਿੱਚ ਰਾਜ ਕਰਕੇ ਬੇਅਦਬੀ ਕਰਵਾ ਕੇ ਗਏ, ਤੇ ਦੂਜੇ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਬੇਅਦਬੀ ਦਾ ਮੁੱਦਾ ਨਹੀਂ ਹੱਲ ਕੀਤਾ, ਤੇ ਅਸੀਂ ਤੁਹਾਡਾ ਮੁੱਦਾ ਹੱਲ ਕਰਾਂਗੇ। ਸੋ ਜਿਹੜੀਆਂ ਇੰਟੈਂਸ਼ਨਸ ਹੈਗੀਆਂ, ਇਹ ਪਬਲਿਕ ਇੰਟਰਸਟ ਦੇ ਵਿੱਚ ਨਹੀਂ ਹੈਗੀਆਂ, ਇਹ ਪੋਲੀਟੀਕਲ ਇੰਟਰਸਟ ਦੇ ਵਿੱਚ ਆ ਸਾਰੀਆਂ ਪਾਰਟੀਆਂ। ਤੇ ਜਿੱਥੋਂ ਤੱਕ ਹੁਣ ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਬੋਲੋ। ਭਾਜਪਾ ਦੀ ਗੱਲ ਕਰਦੇ ਆ, ਭਾਜਪਾ ਨੇ ਕਦੇ ਸੈਕੂਲਰਿਜ਼ਮ ਦੀ ਰਾਜਨੀਤੀ ਨਹੀਂ ਕੀਤੀ, ਹਮੇਸ਼ਾ ਇਹਨਾਂ ਨੇ ਜਾਤੀ ਦੀ ਰਾਜਨੀਤੀ ਕੀਤੀ। ਅੱਜ ਇਹਨਾਂ ਨੇ ਗੱਲ ਕੀਤੀ ਹੈ ਧਾਲੀਵਾਲ ਸਾਹਿਬ ਨੇ ਕਿ ਜੀ ਅਸੀਂ ਗਰੀਬਾਂ ਦੀ ਵੀ ਸਰਕਾਰ ਆ, ਫਲਾਨਿਆਂ ਦੀ ਵੀ ਆ। ਹਾਥਰਸ ਦੀ ਘਟਨਾ ਹੋ ਜਾਂਦੀ ਹੈ ਯੂਪੀ ਦੇ ਵਿੱਚ, ਏਦਾਂ ਦੇ ਹੋ ਜਾਂਦਾ, ਮੰਦਰਾਂ ਦੇ ਵਿੱਚ ਵਿਚਾਰੇ ਗਰੀਬਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ। हाँ राणा चल गल पूरी करो अपनी। हाँ चलो, मैं लगता तुम डिस्कनेक्ट हो गए हो। हाँ मिस्टर धालीवाल की कहना चाह रहे हो, बोलो प्लीज। ਦੇਖੋ ਕੇਪੀ, ਮੈਂ ਇੱਕ ਤਾਂ ਤੁਹਾਨੂੰ ਵਧਾਈ ਦਿੰਦਾ ਕਿ ਅੱਜ ਮੈਂ ਬੜਾ ਇੱਕ ਬਦਲਿਆ ਹੋਇਆ ਰੁੱਖ ਦੇਖ ਰਿਹਾ ਸਾਰੇ ਹੀ ਪੈਨਲਿਸਟਾਂ ਦਾ। ਤੋਂ ਭਾਵੇਂ ਤਾਂ ਆਮ ਆਦਮੀ ਪਾਰਟੀ ਤੋਂ ਭੱਟੀ ਸਾਹਿਬ ਦੇ ਤਾਂ ਅਸੀਂ ਬਹੁਤ ਵੱਡੇ ਫੈਨ ਆ, ਵੈਸੇ ਜਦੋਂ ਦੇ ਇਹ ਟੀਵੀ ਤੇ ਆਉਂਦੇ ਅਸੀਂ ਵੇਖ ਵੱਡੇ ਹੋਏ ਆ, ਪਰ ਅੱਜ ਇਹਨਾਂ ਦਾ ਰਾਜਨੀਤਿਕ ਜੀਵਨ ਸ਼ੁਰੂ ਹੋਇਆ ਔਰ ਇਹਨਾਂ ਨੇ ਪਹਿਲੇ ਆਉਂਦੇ ਹੀ ਜਿਹੜੀ ਗੱਲ ਮੈਂ ਇਹਨਾਂ ਤੋਂ ਸੁਣੀ ਆ ਉਹ ਬੜੀ ਅੱਛੀ ਹੈ। ਬਾਕੀ ਨਾਲ ਇਹਨਾਂ ਨੇ ਗੱਲ ਰੱਖੀ ਹੈ ਕਿ ਧਰਮ ਦੀ ਰਾਜਨੀਤੀ ਨਹੀਂ ਹੁੰਦੀ। ਆ ਰਿਹਾ ਰਾਣਾ ਚਲ ਆ ਰਿਹਾ ਇੱਕ ਮਿੰਟ ਪਲੀਜ਼। ਹਾਂ, ਉਹ ਫਿਰ ਗੱਲ ਦਾ ਨਾ ਸੰਦਰਭ ਮੈਂ ਆ ਰਿਹਾ ਰਾਣਾ ਚਲ ਆ ਰਿਹਾ ਪਲੀਜ਼। ਹਾਂ ਧਾਲੀਵਾਲ, ਗੱਲ ਪੂਰੀ ਕਰੋ ਆਪਣੀ। ਤੋਂ ਉਹਨਾਂ ਨੇ ਗੱਲ ਰੱਖੀ ਹੈ ਕਿ ਜਿਹੜੀ ਇਹ ਧਰਮ ਦੀ ਰਾਜਨੀਤੀ ਨਹੀਂ ਹੁੰਦੀ। ਜੇ ਅਸੀਂ ਕਿਤੇ ਜਾਂਦੇ ਆ ਜਾਂ ਕਿਤੇ ਵੀ ਮੰਦਿਰ 'ਚ ਜਾਂਦੇ ਆ ਤਾਂ ਉਹ ਉੱਥੋਂ ਦੇ ਲੋਕਾਂ ਦੀ ਨੁਮਾਇੰਦਗੀ ਹੁੰਦੀ ਹੈ। ਤੇ ਜੇ ਸਾਡੀ ਜਨਤਾ, ਜਿਹੜੇ ਸਾਡੇ ਫਾਲੋਅਰ ਆ, ਉਹ ਸਾਡੇ ਨਾਲ ਉਹ ਕਿਸੇ ਪਾਰਟੀਕੂਲਰ ਧਰਮ ਨੂੰ ਮੰਨਦੇ ਆ ਤੇ ਉੱਥੇ ਜਾਣਾ ਉਹ ਧਰਮ ਦੀ ਰਾਜਨੀਤੀ ਨਹੀਂ। ਇਹ ਆਮ ਆਦਮੀ ਪਾਰਟੀ ਕਹਿ ਰਹੀ ਹੈ, ਮੈਂ ਨਹੀਂ ਕਹਿ ਰਿਹਾ। ਔਰ ਇਹੀ ਗੱਲ ਅੱਗੇ ਅੱਜ ਰਾਣਾ ਚਹਿਲ ਨੇ ਗੱਲ ਅੱਗੇ ਤੋਰੀ ਕਿ ਭਾਈ ਆਹ ਗੱਲਾਂ ਜਿਹੜੀਆਂ ਹੈਗੀਆਂ ਬੇਬਾਕੀ ਨਾਲ ਉਹਨਾਂ ਨੇ ਗੱਲ ਰੱਖੀ ਕਿ ਮੰਨ ਲੈਣੀ ਚਾਹੀਦੀ ਹੈ ਕਿ ਸਾਡੇ ਤੋਂ ਨਹੀਂ ਪੂਰੀਆਂ ਹੋਈਆਂ। ਚਲੋ ਕੈਪਟਨ ਅਮਰਿੰਦਰ ਸਿੰਘ ਤੇ ਵੀ ਧਾਲੀਵਾਲ ਸਾਹਿਬ ਤੁਹਾਨੂੰ ਵੀ ਮੰਨ ਲੈਣਾ ਚਾਹੀਦਾ। ਧਾਲੀਵਾਲ ਸਾਹਿਬ, ਤੁਹਾਡੀ ਸਰਕਾਰ ਸੀ ਜਦੋਂ ਇਹ ਸਭ ਕੁਝ ਹੋਇਆ,
ਤੁਸੀਂ ਆਪਦੇ ਨੂੰ ਪਾਸੇ ਕਿਵੇਂ ਕਰ ਲਿਆ ਅਕਾਲੀ ਦਲ ਤੋਂ? ਧਾਲੀਵਾਲ ਸਾਹਿਬ ਤੁਸੀਂ ਭੁੱਲ ਜਾਂਦੇ ਹੋ। ਮੈਂ ਉਸੇ ਗੱਲ ਤੇ ਆ ਰਿਹਾ ਨਾ, ਤੁਸੀਂ 2 ਮਿੰਟ ਮੇਰੀ ਵੀ ਗੱਲ ਤਾਂ ਪੂਰੀ ਨਹੀਂ ਕਰੋ ਸਰ, ਧਾਲੀਵਾਲ ਸਾਹਿਬ ਤੁਸੀਂ ਇਹ ਕਹਿੰਦੇ ਚੰਗੇ ਨਹੀਂ ਨਾ ਲੱਗਦੇ, ਤੁਸੀਂ ਉਸ ਇਲਾਕੇ ਨੂੰ ਬਿਲੋਂਗ ਕਰਦੇ ਹੋ ਧਾਲੀਵਾਲ ਸਾਹਿਬ, ਉੱਥੇ ਬੈਠੇ ਹੋ ਤੁਸੀਂ ਕੋਟਕਪੂਰਾ। ਕੇਪੀ ਜੀ ਮੈਨੂੰ ਗੱਲ ਤਾਂ ਪੂਰੀ ਬੋਲੋ ਕਰ ਬੋਲੋ ਦਿਓ। ਸਰ, ਬੋਲੋ ਬੋਲੋ। ਮੈਂ ਉਸੇ ਲੜੀ 'ਚ ਮੈਂ ਵੀ ਹੱਥ ਜੋੜ ਕੇ ਇਹੀ ਗੱਲ ਕਹਿਣ ਲੱਗਿਆ ਸੀ, ਜਿਹੜੀ ਗੱਲ ਕਿ ਅੱਜ ਸਾਰਿਆਂ ਨੇ ਗੱਲ ਕਹੀ ਹੈ, ਤੇ ਇਸੇ ਬਾਕੀ ਨਾਲ ਮੈਂ ਵੀ ਗੱਲ ਕਹਿਣਾ ਕਿ ਸਰਕਾਰ ਦੇ ਵਿੱਚ ਹੁੰਦਿਆਂ ਹੋਇਆ ਇਹ ਜਿਹੜਾ ਬੇਅਦਬੀ ਹੋਈ ਹੈ, ਕਲੰਕ ਹੈ ਅਕਾਲੀ ਭਾਜਪਾ ਸਰਕਾਰ ਦੇ ਮੱਥੇ ਤੇ, ਔਰ ਇਹਨੂੰ ਧੋਣਾ ਚਾਹੀਦਾ ਹੈ। ਸਾਰਿਆਂ ਨੂੰ ਮਿਲ ਕੇ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ, ਠੀਕ ਹੈ, ਜਿਹੜੇ ਕਲਪਰਤਾਂ ਨੂੰ ਅੰਦਰ ਕਰਨਾ ਚਾਹੀਦਾ। ਚਲੋ ਇੱਕ ਮਿੰਟ ਪਲੀਜ਼, ਮੈਂ ਰਾਣਾ ਚਹਿਲ ਡਿਸਕਨੈਕਟ ਹੋ ਗਏ ਸੀ, ਇੱਕ ਮਿੰਟ ਮੈਂ ਟੇਕ ਲੈ ਲਵਾਂ ਉਹਨਾਂ ਦਾ। ਕੁਲਦੀਪ ਧਾਲੀਵਾਲ ਆਪਾਂ ਬਹੁਤ ਲੰਬੀ ਗੱਲ ਕਰ ਲਈ। ਹਾਂ ਰਾਣਾ ਚਹਿਲ ਬੋਲੋ। ਹਾਂਜੀ, ਉਸ ਤੋਂ ਬਾਅਦ ਮੇਰੇ ਅਕਾਲੀ ਦਲ ਵਾਲੇ ਵੀਰ ਨੇ ਗੱਲ ਕੀਤੀ ਕਿ ਜੀ ਜੋ ਅਸੀਂ ਸਿੱਖੀ ਦਾ ਅਕਾਲੀ, ਬਿਲਕੁਲ ਤੁਹਾਡੀ ਗੱਲ ਸੀ। ਤੁਸੀਂ ਇਹਨਾਂ ਨੂੰ ਸਵਾਲ ਕੀਤਾ ਸੀ ਕਿ ਅਕਾਲੀ ਦਲ ਇਹ ਸੋਚਦਾ ਕਿ ਸਾਡੇ ਤੋਂ ਬਿਨਾਂ ਸਿੱਖੀ ਦੀ ਕੋਈ ਨੁਮਾਇੰਦਗੀ ਨਹੀਂ ਕਰ ਸਕਦਾ, ਪਰ ਬੜੀ ਸ਼ਰਮ ਦੀ ਗੱਲ ਹੈ ਜਿਸ ਤਰ੍ਹਾਂ ਇਹ 2 ਮੁੱਦਿਆਂ ਤੇ ਵੋਟਾਂ ਲੈਂਦੇ ਹੁੰਦੇ ਸੀ, ਕਿਸਾਨੀ ਤੇ ਸਿੱਖੀ ਵੀ ਇਹਨਾਂ ਨੇ 10 ਸਾਲ 'ਚ ਪੰਜਾਬ 'ਚ ਖਤਮ ਕਰਤੀ ਤੇ ਕਿਸਾਨੀ ਵੀ ਖਤਮ ਕਰਤੀ। ਤੁਸੀਂ ਮੈਨੂੰ ਦੱਸੋ, ਅੱਜ ਬੈਠੇ ਹੋ, ਗੁਰਸਿੱਖ ਬੰਦੇ ਹੋ, ਵੀ ਪਹਿਲਾਂ ਤੁਹਾਡੀ ਐਸਜੀਪੀਸੀ ਦੀ ਪੰਜਾਬ ਲਈ ਦੇਣ ਕੀ ਆ? ਅੱਜ ਦੇ ਬੱਚਿਆਂ ਨੂੰ ਐਸਜੀਪੀਸੀ ਦੇ ਨੁਮਾਇੰਦੇ ਆ ਕੀ ਦੱਸ ਸਕੇ ਆ ਵੀ ਸਾਡੇ ਛੋਟੇ ਸਾਹਿਬਜ਼ਾਦੇ ਕੌਣ ਸੀ? ਕੀ ਉਹ ਦੱਸ ਸਕਿਆ ਸਾਡੀ ਸਿੱਖ ਕੌਮ ਦੀਆਂ ਸ਼ਹਾਦਤਾਂ ਕੀ ਸੀ? ਰਾਣਾ ਬਲਜੀਤ ਸਿੰਘ ਚਾਹਲ, ਇਹ ਸਵਾਲ ਤੁਹਾਨੂੰ ਰਾਣਾ ਬਲਜੀਤ ਸਿੰਘ ਚਾਹਲ, ਇੱਕ ਮਿੰਟ ਸਰ ਸੁਣ ਲਓ, ਰਾਣਾ ਚਾਹਲ ਸੁਣ ਲਓ ਨਾ। ਰਾਣਾ ਚਾਹਲ, ਤੁਸੀਂ ਐਸਜੀਪੀਸੀ ਤੇ ਸਵਾਲ ਜਿਹੜੇ ਖੜੇ ਕਰਦੇ ਪਿਓ ਸਰ, ਉਹਨਾਂ ਲੀਡਰਸ਼ਿਪ ਤੇ ਖੜੇ ਕਰ ਸਕਦੇ ਹੋ ਸਰ। ਐਸਜੀਪੀਸੀ ਮੋਰਚੇ ਲਾਲਾ ਬਣੀ ਹੈ ਸਰ, ਉਹਨਾਂ ਲੀਡਰਸ਼ਿਪ ਤੇ ਸਵਾਲ ਖੜੇ ਕਰ ਸਕਦੇ, ਨਾਮ ਲੈ ਕੇ ਸਵਾਲ ਖੜੇ ਕਰੋ ਸਰ। ਇਹ ਗੱਲ ਸੁਣੋ, ਐਸਜੀਪੀਸੀ ਜਿਹੜੀ ਅੱਜ ਹੈਗੀ ਹੈ, ਐਸਜੀਪੀਸੀ ਨਹੀਂ, ਉਹ ਸਿਰਫ ਬਾਦਲ ਪ੍ਰਾਈਵੇਟ ਲਿਮਿਟਿਡ ਕੰਪਨੀ ਬਣ ਕੇ ਰਹਿ ਗਈ ਆ। ਸੋ ਅਸੀਂ, ਮੈਨੂੰ ਬੜੀ ਇਸ ਗੱਲ ਦਾ ਕੋਈ ਦੁੱਖ ਨਹੀਂ, ਮੇਰਾ ਕੋਈ ਕ੍ਰਿਟਿਸਾਈਜ਼ ਵੀ ਕਰਦੇ ਇਸ ਗੱਲ ਨੂੰ। ਗੁਰਦੁਆਰਾ ਸਾਹਿਬ ਦੇ ਵਿੱਚ ਜਿੰਨੇ ਕੱਲ ਬੀਬੀ ਜਗੀਰ ਕੌਰ ਦੀ ਇੱਕ ਬੋਲੀ ਸੁਣੀ ਸੀ ਤੁਸੀਂ, ਜਦੋਂ ਉੱਥੇ VOTING ਹੋ ਰਹੀ ਸੀ, ਕਿੱਥੇ ਮਰ ਗਿਆ, ਵੋਟ ਪਾਉਣ ਨਹੀਂ ਆਇਆ। ਇਹ ਕੋਈ ਇੱਕ ਸਿੱਖ ਪੰਥ ਦੀ ਜਿਹੜੀ ਨੁਮਾਇੰਦਗੀ ਕਰਦੀ ਹੈ ਸਾਬਕਾ ਪ੍ਰਧਾਨ, ਉਹਦੀ ਲੈਂਗੁਏਜ। ਚਲੋ ਆਪਾਂ ਥੋੜਾ ਡਾਈਵਰਟ ਹੋ ਰਹੇ ਹਾਂ ਰਾਣਾ ਚਾਹਲ, ਆਪਾਂ ਡਾਈਵਰਟ ਹੋ ਰਹੇ ਹਾਂ, ਆਪਾਂ ਪਰਸਨਲ ਕਮੈਂਟ ਕਰਦੇ ਪਏ ਰਾਣਾ ਚਾਹਲ। ਮੇਰੀ ਇੱਕ ਵਾਰੀ ਗੱਲ ਸੁਣੋ, ਤੇ ਦੂਸਰੀ ਗੱਲ, ਕਦੇ ਆਪਣੇ ਜਿਹੜੇ ਨੁਮਾਇੰਦੇ ਸਿੱਖ ਆਉਂਦੇ ਆ ਨਾ, ਉਹਨਾਂ ਨੂੰ 1 to 1 ਕਰ ਲਿਓ। ਸੁਖਬੀਰ ਸਿੰਘ ਬਾਦਲ ਨੂੰ ਸਿੱਖ ਇਤਿਹਾਸ ਬਾਰੇ ਪੁੱਛ ਲਿਓ। ਜੇ ਸੁਖਬੀਰ ਸਿੰਘ ਬਾਦਲ ਸਿੱਖ ਇਤਿਹਾਸ ਬਾਰੇ ਦੱਸ ਗਿਆ ਨਾ, ਤੇ ਮੈਂ ਤੁਹਾਡੀ ਜੁੱਤੀ 'ਚ ਪਾਣੀ ਪੀ ਲੂੰਗਾ। ਰਾਣਾ ਚਾਹਲ ਤੁਸੀਂ ਇਹ ਗੱਲ ਕਹੋਗੇ? ਰਾਣਾ ਚਾਹਲ, ਤੁਹਾਡੇ ਤੇ ਸਵਾਲ ਉੱਠ ਜਾਣਾ, 84 ਤੁਸੀਂ ਕਰਵਾਇਆ ਸੀਗਾ, ਫਿਰ ਡਿਬੇਟ ਸਾਰੀ ਡੀਰੇਲ ਹੋ ਜੂਗੀ। ਰਾਣਾ ਚਾਹਲ, ਤੁਸੀਂ ਕਿਹੜੇ ਸਿੱਖ ਐਸੀ ਹੋ? ਰਾਣਾ ਚਾਹਲ, ਨਹੀਂ, ਬਲੰਡਰ ਮਿਸਟੇਕ ਸੀ ਕਾਂਗਰਸ ਪਾਰਟੀ ਦੀ, ਪਰ 84 ਹੋਣ ਦੇ ਪਿੱਛੇ ਚਲੋ ਮੈਂ ਆ ਰਿਹਾ ਮੈਸੇਜ ਆ ਰਿਹਾ ਮੈਂ ਥੋੜਾ ਬ੍ਰੇਕ ਲੈ ਲਵਾਂ ਸਰ, ਮੈਂ ਥੋੜਾ ਬ੍ਰੇਕ ਲੈ ਲਵਾਂ ਸਰ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਸਿੱਖਾਂ ਦੇ ਮੁੱਦੇ ਆ, ਮਸਲੇ ਆ ਜਿਹੜੇ, ਉਹ ਕਿਵੇਂ ਹੱਲ ਹੋਣਗੇ? ਬਹੁਤ ਸਾਰੇ ਸਵਾਲ ਹੈਗੇ, ਇਹਨਾਂ ਸਵਾਲਾਂ ਦੇ ਜਵਾਬ ਹੈ, ਇਹਨਾਂ ਧਿਰਾਂ ਕੋਲ ਹੈਗੇ ਕਿ ਨਹੀਂ ਹੈਗੇ। ਮੈਂ ਸਿਰਫ ਕੋਈ ਐਨਲਿਸਟ ਨਹੀਂ ਬਿਠਾਇਆ, ਕੋਈ ਜਰਨਲਿਸਟ ਨਹੀਂ ਬਿਠਾਇਆ ਇਹਨਾਂ ਦੇ ਨਾਲ, ਕਿਉਂਕਿ ਮੈਂ ਚਾਹੁੰਦਾ ਕਿ ਅੱਜ ਇਹ ਦੱਸਣ ਕਿ ਇਹਨਾਂ ਕੋਲ ਕਿਹੜੇ ਮਸਲੇ ਤੇ ਕਿਹੜੇ ਹੱਲ ਕਰਵਾਉਣ ਜਾ ਰਹੇ ਆ, ਜਾਂ ਸਿਰਫ ਇਹ ਸਿੱਖਾਂ ਨੂੰ ਵੋਟ ਬੈਂਕ ਵਜੋਂ ਹੀ ਦੇਖ ਰਹੇ ਆ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਸਿੱਖਾਂ ਤੋਂ ਕਿਹੜੀ ਸਰਦਾਰੀ ਭਾਲਦੀ ਹੈ ਸਿਆਸਤ? ਵੱਡਾ ਸਵਾਲ ਅਸੀਂ ਪੁੱਛ ਰਹੇ 2022 ਲਈ ਸਿੱਖਾਂ ਤੇ ਫੋਕਸ ਕਰ ਰਹੀ ਸਿਆਸਤ ਕਿਹੜੇ ਮਸਲੇ ਹੱਲ ਕਰੇਗੀ? ਪੱਟੀ ਸਾਹਿਬ, ਇੱਕ ਮਿੰਟ ਮੈਸੇਜ ਇੰਜਰ ਆ ਰਿਹਾ ਤੁਹਾਡੇ ਕੋਲੇ। ਮੈਂ ਪੱਟੀ ਸਾਹਿਬ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਸਰ ਕਿ ਸਿੱਖਾਂ ਦੇ ਕਿਹੜੇ ਮਸਲੇ ਹੈਗੇ ਆ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਪਹਿਲ ਦੇ ਆਧਾਰ ਤੇ ਹੱਲ ਹੋਣੇ ਚਾਹੀਦੇ ਆ? ਪੱਟੀ ਸਾਹਿਬ ਦੇਖੋ ਜੀ, ਸਿੱਖਾਂ ਦੇ ਜਿਹੜੇ ਇਸ ਵੇਲੇ ਆਪਣਾ ਵਜੂਦ ਹੈ, ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦਾ ਅਸਤਿਤਵ ਇਸ ਵੇਲੇ ਖਤਰੇ 'ਚ ਹੈ, ਕਿਉਂਕਿ ਜਿਹੜੀਆਂ ਕਮਿਊਨਲ ਪਾਰਟੀਆਂ ਨੇ ਉਹ ਉਹਨਾਂ ਨੂੰ ਖਤਰੇ 'ਚ ਲੈ ਰਹੀਆਂ। ਅੱਜ ਤੁਹਾਡੇ ਚੈਨਲ ਤੋਂ ਇਹ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ 2 ਚੀਜ਼ਾਂ ਦੀ। ਇੱਕ ਤੇ ਕਾਂਗਰਸ ਨੇ ਅੱਜ ਐਡਮਿਟ ਕੀਤਾ ਕਿ 84 ਉਹਨਾਂ ਦਾ ਬਲੰਡਰ ਮਿਸਟੇਕ ਸੀ ਕਾਂਗਰਸ ਦਾ। ਦੂਜਾ, ਧਾਲੀਵਾਲ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਹੈ ਕਿ ਅਕਾਲੀ ਭਾਜਪਾ ਸਰਕਾਰ ਜਦੋਂ ਬੇਅਦਬੀ ਹੋਈ ਹੈ, ਉਹ ਉਹਨਾਂ ਦੇ ਮੱਥੇ ਤੇ ਕਲੰਕ ਸੀ। ਇਸੇ ਕਲੰਕ ਦੇ ਕਾਰਨ ਹੀ ਸ਼ਾਇਦ ਇਹਨਾਂ ਦਾ ਗੱਠਜੋੜ ਟੁੱਟਿਆ। ਤੇ ਹੁਣ ਜਿਹੜੇ ਤੁਸੀਂ ਧਾਲੀਵਾਲ ਸਾਹਿਬ, ਉਹੀ ਅਕਾਲੀ ਲੀਡਰ, ਉਹਨਾਂ ਨੂੰ ਪੋਚ ਕੇ ਆਪਣੇ ਵੱਲ ਲੈ ਕੇ ਆ ਰਹੇ ਹੋ, ਇਹ ਫਿਰ ਉਹੀ ਗੱਠਜੋੜ ਨਹੀਂ ਬਣਦਾ ਜਾ ਰਿਹਾ? ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਚਲੋ ਇਹ ਸਵਾਲ ਮੈਂ ਲੈ ਲੈਣਾ। ਭੱਟੀ ਸਾਹਿਬ, ਇੱਕ ਸਵਾਲ ਦਾ ਜਵਾਬ ਦੇ ਦਿਓ ਤੁਸੀਂ ਮੈਨੂੰ। ਧਾਰਾ 25 ਚ ਸੋਧ ਦਾ ਮਾਮਲਾ ਆਮ ਆਦਮੀ ਪਾਰਟੀ ਦੇ ਏਜੰਡੇ ਤੇ ਹੈ ਜਾਂ ਨਹੀਂ? ਫਿਲਹਾਲ ਨਹੀਂ ਹੈ, ਪਰ ਅਸੀਂ ਜਦੋਂ ਸੱਤਾ ਚਾਹਾਂਗੇ ਇਹ ਜ਼ਰੂਰ ਉਠਾਵਾਂਗੇ, ਕੇਂਦਰ ਸਰਕਾਰ ਤੱਕ, ਆਪਣੇ ਕੇਜਰੀਵਾਲ ਤੱਕ ਪਹੁੰਚਾਵਾਂਗੇ। ਤੁਹਾਡੇ ਮੈਨੀਫੈਸਟੋ ਵਿੱਚ ਸ਼ਾਮਲ ਹੋਊਗਾ ਪੱਟੀ ਸਾਹਿਬ ਜਾਂ ਨਹੀਂ? ਜਾਂ ਇਹੋ ਜੀ ਰਾਜਨੀਤੀ ਤੁਸੀਂ ਨਹੀਂ ਚਾਹੁੰਦੇ ਕਰਨਾ? ਨਹੀਂ, ਬਿਲਕੁਲ ਹੋਏਗਾ ਜੀ, ਕਿਉਂਕਿ ਜਿਹੜੀ ਸਿੱਖਾਂ ਦੀ ਹੱਕੀ ਮੰਗ ਹੈ, ਉਹ ਹੱਕੀ ਮੰਗਾਂ ਸ਼ਾਮਲ ਕਰਨੀਆਂ, ਤਦ ਹੀ ਅਸੀਂ ਇੱਥੇ ਸੱਤਾ ਤੇ ਕਾਬੂ ਹੋ ਸਕਾਂਗੇ। ਪੱਟੀ ਸਾਹਿਬ, ਇਸ ਤੋਂ ਪਹਿਲਾਂ ਤੁਹਾਡੇ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਤੁਹਾਡੀ ਬੈਠਕਾਂ ਹੁੰਦੀਆਂ ਰਹਿੰਦੀਆਂ। ਪੱਟੀ ਸਾਹਿਬ, ਕਦੇ ਇਸ ਬਾਬਤ ਚਰਚਾ ਹੋਈ ਇਸ ਮੁੱਦੇ ਤੇ ਜਾਂ ਨਹੀਂ?
ਨਹੀਂ ਹੋ ਜਾਂਦੀ ਹੈ ਚਰਚਾ ਸਾਹਿਬ, ਕਿਉਂਕਿ ਜਦੋਂ ਸਿਰਫ 25 ਬੀਤ ਨਹੀਂ ਹੁੰਦੀ, ਅਸੀਂ ਬਾਕੀ ਜਦੋਂ ਗੱਲਾਂ ਕਰਦੇ ਹਾਂ ਕਿ ਸਿੱਖਾਂ ਦੇ ਜਿਹੜੇ ਮਸਲੇ ਆ ਉਹ ਪਹਿਲ ਦੇ ਤੌਰ ਤੇ ਹੱਲ ਕਰਨੇ ਚਾਹੀਦੇ, ਉਹ ਹੋਣਗੇ। ਚਲੋ ਠੀਕ ਹੈ। ਹਾਂ ਮਿਸਟਰ ਚੰਜਰ ਬੋਲੋ। ਕੇਪੀ ਜੀ 2 ਮਿੰਟ ਜਰਾ ਮੈਨੂੰ ਹੁਣ ਚਹਿਲ ਸਾਹਿਬ ਦਾ ਜਵਾਬ ਦੇ ਲੈਣ ਦਿਓ। ਹਾਂ ਪਹਿਲਾਂ ਤਾਂ ਮੈਂ ਐਜੀਪੀਸੀ ਬਾਰੇ ਉਹਨਾਂ ਨੇ ਸਵਾਲ ਚੱਕਿਆ। ਐਜੀਪੀਸੀ ਇਹ ਕਹਿੰਦੇ ਨੇ ਵੀ ਇੱਕ ਪਰਿਵਾਰ ਦੇ ਕਬਜ਼ੇ ਹੇਠ ਆ। ਐਜੀਪੀਸੀ ਦੇ ਜਿਹੜੇ ਪ੍ਰਧਾਨ ਚੁਣੇ ਗਏ ਨੇ 2 ਦਿਨ ਹੀ ਹੋਇਆ ਹਲੇ। ਤੁਸੀਂ ਦੇਖਿਆ ਹੋਣਾ ਲਾਈਵ ਚੈਨਲਾਂ ਤੇ ਬਕਾਇਦਾ VOTING ਗੱਲ ਚੁਣੇ ਗਏ ਨੇ, ਵੋਟਾਂ ਦੇ ਨਾਲ ਬਕਾਇਦਾ VOTING ਹੋਈ ਆ ਤੇ ਇੱਕ ਵਿਰੋਧੀ ਧਿਰ ਦੇ ਵਿੱਚ ਉਮੀਦਵਾਰ ਖੜੇ ਨੇ ਤੇ ਵੋਟਾਂ ਦੇ ਵਿੱਚ ਜਿਹੜੀ ਸਾਰੀ ਉੱਥੇ ਚੋਣ ਆ ਜਿਹੜੀ ਉਹ ਹੋਈ ਆ। ਦੂਜਾ ਨੰਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੁੱਖ ਕੰਮ ਆ ਉਹ ਗੁਰਦੁਆਰਾ ਸਾਹਿਬਾਨਾਂ ਦੀ ਸਾਂਭ ਸੰਭਾਲ ਦਾ ਕੰਮ ਹੈ ਜੋ ਬਖੂਬੀ ਚਲਾ ਰਹੇ ਨੇ। ਤੀਜਾ ਨੰਬਰ, ਸਾਰਾ ਤੁਸੀਂ ਇੰਟਰਨੈਟ ਤੇ ਕੱਢ ਕੇ ਦੇਖ ਲਓ, ਸਾਰਾ ਆਡਿਟ ਜਿਹੜਾ ਰੁਪਈਏ ਦਾ ਪਿਆ। ਹੁਣ ਆ ਗਈ ਗੱਲ ਅਗਲੀ, ਸਵਾਲ ਕੌਣ ਚੁੱਕ ਰਿਹਾ? ਚਹਿਲ ਸਾਹਿਬ, ਕਾਂਗਰਸ ਸਵਾਲ ਚੁੱਕੇਗੀ। ਕਾਂਗਰਸ ਤੁਸੀਂ ਹੁਣ ਸੁਣਿਓ ਜਰਾ, ਉਹ ਕਾਂਗਰਸ ਸਵਾਲ ਚੁੱਕੇਗੀ ਜਿਨ੍ਹਾਂ ਨੇ ਇੱਕ ਪੀੜ੍ਹੀ ਪੰਜਾਬ ਦੀ, ਇੱਕ ਨੌਜਵਾਨਾਂ ਦੀ ਪੀੜ੍ਹੀ ਪੰਜਾਬ ਦੀ ਨੌਜਵਾਨਾਂ ਨੇ ਕਾਂਗਰਸ ਨੇ ਖਤਮ ਕਰ ਦਿੱਤੀ। ਗੁਰਦੁਆਰਾ ਸਾਹਿਬ ਤੇ ਅਟੈਕ ਕਿਹਨੇ ਕਰਵਾਇਆ? ਕਾਂਗਰਸ ਨੇ ਕਰਾਇਆ। ਗਲਾਂ ਦੇ ਵਿੱਚ ਟਾਇਰ ਪਾ ਕੇ ਜੇ ਸਿੱਖ ਫੂਕੇ ਤਾਂ ਕਾਂਗਰਸ ਨੇ ਫੂਕੇ, ਸਾਡੀਆਂ ਪੱਗਾਂ ਦੇ ਵਿੱਚ ਜੇ ਗੋਲੀਆਂ ਮਾਰੀਆਂ ਤਾਂ ਕਾਂਗਰਸ ਨੇ ਫੂਕੀਆਂ। 1984 ਤੋਂ 92-95 ਤੱਕ ਕੇਪੀ ਜੀ ਏਦਾਂ ਦਾ ਸਮਾਂ ਸੀ ਪੰਜਾਬ ਦੇ ਵਿੱਚ, ਜਿਹੜੇ ਸਿੱਖ ਨੌਜਵਾਨ ਸੀ ਉਹ ਸਿਰਾਂ ਤੇ ਪੱਗਾਂ ਬੰਨ੍ਹ ਕੇ ਖੁੱਲ੍ਹੇਆਮ ਸੜਕਾਂ ਤੇ ਨਹੀਂ ਜਾ ਸਕਦੇ ਸੀ, ਦਾੜੀ ਰੱਖ ਸਕਦੇ ਸੀ, ਕਿਉਂਕਿ ਇਹਨਾਂ ਦੇ ਲਾਏ ਹੋਏ ਮੁੱਖ ਮੰਤਰੀ DGP ਚੱਕ ਕੇ ਸਿੱਖਾਂ ਦੇ ਗੋਲੀਆਂ ਮਾਰ ਕੇ ਝੂਠੇ ਮੁਕਾਬਲੇ ਦਿਖਾ ਕੇ ਹਜ਼ਾਰਾਂ ਨੌਜਵਾਨ ਕਾਂਗਰਸ ਨੇ ਮਾਰ ਕੇ। ਚੰਜਰ ਸਾਹਿਬ ਇੱਕ ਮਿੰਟ, ਚੰਜਰ ਸਾਹਿਬ ਸਵਾਲ ਵੀ ਲੈ ਲਓ ਨਾਲ, ਚੰਜਰ ਸਾਹਿਬ ਸਵਾਲ ਵੀ ਲੈ ਲਓ ਹੁਣ, ਚੰਜਰ ਸਾਹਿਬ ਸਵਾਲ ਵੀ ਲੈ ਲਓ ਨਾ, ਚੰਜਰ ਸਾਹਿਬ ਸਵਾਲ ਵੀ ਲੈ ਲਓ। ਮਿਸਟਰ ਸੈਣੀ ਬਹੁਤ ਵਧੀਆ ਸੀ ਜਿਹਨਾਂ ਤੁਸੀਂ DGP ਲਾਇਆ ਸੀ। ਕੇਂਦਰ ਸਰਕਾਰ ਦੇ ਚ ਪੈਨਲ ਜਾਂਦਾ ਤਿੰਨ DGP ਦਾ, ਉੱਥੋਂ ਸਿਲੈਕਟ ਹੋ ਕੇ ਆਉਂਦੇ ਨੇ ਜਿਹੜੇ DGP ਲੱਗਦੇ ਨੇ ਪੰਜਾਬ ਦੇ ਵਿੱਚ। ਚੰਜਰ ਸਾਹਿਬ ਉਹਨਾਂ ਦੇ ਜੋ ਜਾਣਾ ਹੀ ਸੀ ਨਾਮ ਉਹਨਾਂ ਦਾ। ਚਲੋ ਚੰਜਰ ਸਾਹਿਬ ਬਹੁਤ ਵਧੀਆ ਜਵਾਬ ਦਿੱਤਾ ਤੁਸੀਂ। ਧਾਲੀਵਾਲ ਸਾਹਿਬ ਕੇਂਦਰ ਨੇ ਲਾਇਆ ਸਰ। ਆ ਰਿਹਾ ਰਾਣਾ ਚਲ ਇੱਕ ਮਿੰਟ ਆ ਰਿਹਾ ਪਲੀਜ਼। ਹਾਂ ਧਾਲੀਵਾਲ ਸਾਹਿਬ। ਦੇਖੋ ਜੀ, ਮੈਂ ਪਹਿਲੀ ਗੱਲ ਤਾਂ ਇਹ ਕਹਿਣੀ ਚਾਹਣਾ ਕਿ ਜਿਹੜਾ ਇਹਨਾਂ ਨੇ ਕਿਹਾ ਤਿੰਨਾਂ ਦਾ ਪੈਨਲ ਉੱਥੇ ਹੋ ਕੇ ਜਾਂਦਾ ਹੈ, ਉੱਥੇ ਹੀ ਕੰਟਰੈਕਟ ਹੋ ਗਿਆ। ਉਹ ਤਿੰਨਾਂ 'ਚ ਤੁਸੀਂ ਭੇਜਿਆ ਹੀ ਕਿਉਂ? ਉਹ ਤਾਂ ਤੁਹਾਡੇ ਹੱਥ ਸੀ, ਗ੍ਰਹਿ ਮੰਤਰਾਲਾ। ਉਹ ਸਨਿਓਟੀ ਹੁੰਦਾ ਧਾਲੀਵਾਲ ਸਾਹਿਬ, ਸਨਿਓਟੀ ਵਾ ਜਾਣਾ ਹੀ ਹੁੰਦਾ ਉਹ। ਧਾਲੀਵਾਲ ਸਾਹਿਬ ਤੁਸੀਂ ਵੀ ਹੁਣ ਬੋਲਦੇ ਪਏ, ਉਦੋਂ ਕਿਉਂ ਨਹੀਂ ਬੋਲੇ? ਅਸਤੀਫਾ ਦੇ ਕੇ ਬਾਹਰ ਆ ਜਾਂਦੇ ਨਾ, ਕਿ ਸੱਤਾ ਪਿਆਰੀ ਹੈ। ਧਾਲੀਵਾਲ ਸਾਹਿਬ ਦੇਖੋ ਮੇਰੀ ਇੱਕ ਗੱਲ ਸੁਣੋ, ਜਿਹੜੀ ਚੀਜ਼ ਹੈ ਪਹਿਲਾਂ ਜਿਹੜੀ ਸਾਡੇ ਅਧਿਕਾਰ ਖੇਤਰ 'ਚ ਹੀ ਨਹੀਂ, ਉਹ ਅਧਿਕਾਰ ਕੇਂਦਰੀ ਇਹਨਾਂ ਕੋਲੇ ਆ, ਇਹਨਾਂ ਨੇ ਭੇਜਣਾ। ਸਾਰੇ ਵੀ ਅਕਾਲੀ ਦਲ ਵੀ ਇਹੀ ਕਹਿੰਦਾ ਨਾ, ਤੁਹਾਡੇ ਕੋਲੇ ਸੱਤਾ, ਸਾਡੇ ਕੋਲ ਅਧਿਕਾਰ ਖੇਤਰ ਨਹੀਂ, ਕਿਸਾਨਾਂ ਦੇ ਮਸਲੇ ਤੇ ਛੱਡ ਕੇ ਆ ਗਏ ਨਾ ਤੁਸੀਂ, ਇਹਨਾਂ ਨੂੰ ਫਿਰ ਕਿਉਂ ਕਹਿੰਦੇ ਹੋ? ਕੇਪੀ ਜਿਹੜੀ ਚੀਜ਼ ਦਾ ਅਧਿਕਾਰ ਜਿਹੜੇ ਭੇਜਿਆ ਹੀ ਇਹਨਾਂ ਨੇ, ਅਕਾਲੀ ਦਲ ਕੋਲੇ ਸੀ, ਗ੍ਰਹਿ ਮੰਤਰਾਲਾ। ਠੀਕ ਹੈ। ਹਾਂ ਮਿਸਟਰ ਚਹਿਲ ਠੀਕ ਹੈ ਧਾਲੀਵਾਲ ਸਾਹਿਬ, ਤੁਹਾਡਾ ਜਵਾਬ ਆ ਗਿਆ ਸਰ। ਹਾਂ ਮਿਸਟਰ ਚਹਿਲ, ਸਾਡਾ ਕਹਿੰਦਾ ਮਤਲਬ ਹੀ ਨਹੀਂ ਬਣਦਾ। ਚਲੋ ਠੀਕ ਹੈ, ਪ੍ਰੋਟੈਸਟ ਵੀ ਨਹੀਂ ਕਰ ਸਕਦੇ ਆਪਾਂ, ਕੁਰਸੀ ਚਾਹੀਦੀ ਹੈ। ਹਾਂ ਬੋਲੋ ਮਿਸਟਰ ਚਹਿਲ। ਪਹਿਲੀ ਗੱਲ ਤਾਂ ਇਹ ਆ, ਭਾਈ ਸਾਹਿਬ ਨੂੰ ਕਹੋ ਇੱਕ ਨਾ ਜਿਹੜਾ ਆਪਣਾ KPS ਗਿੱਲ ਸੀ ਉਹਨਾਂ ਦੀ ਇੱਕ ਬਾਇਓਗ੍ਰਾਫੀ ਆ, ਉਹਦੇ ਚ ਪੜ੍ਹਨ ਵੀ ਪ੍ਰਕਾਸ਼ ਸਿੰਘ ਬਾਦਲ ਰਾਤ ਨੂੰ ਉਹਨਾਂ ਵੇਲੇ ਮੀਟਿੰਗਾਂ ਕਰਕੇ ਆਉਂਦਾ ਸੀ ਤੇ ਕੀ ਕੰਮ ਕਰਦਾ ਸੀ। ਰਾਣਾ ਚਹਿਲ ਇੱਕ ਮਿੰਟ ਰਾਣਾ ਚਹਿਲ ਆਪਾਂ ਆਪਦੇ ਏਜੰਡੇ ਬਾਰੇ ਦੱਸੀਏ ਨਾ ਸਰ। ਫਿਰ ਤਾਂ ਸਾਰਿਆਂ ਦੀਆਂ ਕਿਤਾਬਾਂ ਫਰੋਲ ਲੂੰਗਾ ਮੈਂ, ਸਾਰਿਆਂ ਦੀਆਂ ਕਿਤਾਬਾਂ ਫਰੋਲ ਲੂੰਗਾ। ਹਾਂ ਫਿਰ ਗੱਲ ਦਾ ਸਵਾਦ ਹੀ ਨਹੀਂ ਹੁਣ ਕਰਨ ਦਾ। ਫਿਰ ਸਾਰਿਆਂ ਸਵਾਲ ਹੋਣਗੇ ਸਰ। ਤੇ ਦੂਜੀ ਗੱਲ ਹੈ ਕਿ ਹਾਂ ਸੁਮੇਰ ਸਿੰਘ ਸੈਣੀ ਦਾ ਨਾਂ ਤਾਂ ਭੇਜਤਾ ਪੈਨਲ ਦੇ ਵਿੱਚ, ਇਜ਼ਹਾਰ ਆਲਮ ਨੂੰ ਟਿਕਟ ਦਿੱਤੀ, ਉਹ ਕਾਹਦੇ ਵਾਸਤੇ ਦਿੱਤੀ? ਇਹਦਾ ਜਵਾਬ ਦੇ ਦਿਓ। ਚਲੋ ਉਹ ਤਾਂ ਪੈਨਲ ਚ ਨਾ, ਚਲੋ ਤੁਸੀਂ ਜਵਾਬ ਦੇ ਦਿਓ ਪਹਿਲਾਂ। ਜਗਦੀਸ਼ ਟਾਈਟਲਰ ਨੂੰ ਤੁਸੀਂ ਕਿਉਂ ਅੱਗੇ ਲੈ ਕੇ ਆਉਂਦੇ ਪਿਓ? ਕਿਉਂ ਤੁਸੀਂ ਕਿਉਂ ਨਹੀਂ ਬੋਲਦੇ? ਮੇਰੀ ਗੱਲ ਦੁਖਾਨ, ਮੇਰੀ ਗੱਲ ਸੁਣੋ KP ਸਾਹਿਬ, ਮੈਂ ਕਈ ਗੱਲਾਂ ਪਲੇਟਫਾਰਮ ਤੋਂ ਪਾਸੇ ਹੋ ਕੇ ਵੀ ਕੀਤੀਆਂ ਪਾਰਟੀ ਪੱਧਰ ਤੋਂ। ਜਿਹੜਾ ਜਗਦੀਸ਼ ਟਾਈਟਲਰ ਨੂੰ ਲੈ ਕੇ ਆਉਣਾ, ਸਾਰੇ ਪੰਜਾਬ ਦੇ ਲੀਡਰਾਂ ਨੇ ਕਿਹਾ ਹੋਣਾ ਉਸ ਵੇਲੇ, ਸਟੇਟਮੈਂਟ ਦੇਣ ਤੋਂ ਹੀ ਭੱਜ ਗਏ। ਪਰ ਮੈਂ ਉਸ ਵੇਲੇ ਵੀ ਇੱਕੋ ਸਟੇਟਮੈਂਟ ਦਿੱਤੀ ਸੀ ਵੀ ਇਸ ਬੰਦੇ ਨੂੰ ਨਹੀਂ ਲਿਆਉਣਾ ਚਾਹੀਦਾ ਸੀ, ਸਪੈਸ਼ਲ ਇਨਵਾਈਟੀ ਨਹੀਂ ਬਣਾਉਣਾ ਚਾਹੀਦਾ ਸੀ ਇਸ ਬੰਦੇ ਨੂੰ, ਜਿਹੜੇ ਬੰਦੇ ਨੇ ਸਿੱਖਾਂ ਦਾ ਕਤਲ ਕੀਤਾ। ਤੇ ਦੂਸਰੀ ਗੱਲ ਰਹੇਗੀ ਤੁਹਾਡੀ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣਾ ਨਹੀਂ ਤੁਹਾਡਾ ਕੱਲਾ SGPC ਦਾ ਕੰਮ, ਬੱਚਿਆਂ ਨੂੰ ਜਾਗਰੂਕ ਵੀ ਕਰਨਾ, ਸਿੱਖੀ ਦੀ ਪਨੀਰੀ ਤਿਆਰ ਵੀ ਕਰਨਾ। ਅੱਜ ਦੀ ਪਨੀਰੀ ਨੂੰ ਕੀ ਪਤਾ? ਤੁਸੀਂ ਕਹਿੰਦੇ ਹੋ ਇੱਕ ਜਨਰੇਸ਼ਨ ਖਤਮ ਕਰਤੀ ਕਾਂਗਰਸ ਨੇ, ਤੇ ਤੁਸੀਂ 10 ਸਾਲਾਂ ਦੇ ਪੰਜਾਬ ਦਾ ਨੌਜਵਾਨ ਹੀ ਖਤਮ ਕਰਤਾ। ਠੀਕ ਹੈ ਰਾਣਾ ਚਹਿਲ ਹਾਂ। ਦਿੱਲੀ ਨੇ ਸਾਡੇ ਨਾਲ ਕੀ ਕੀਤਾ ਸੀ ਅੱਜ ਦੀ ਪਨੀਰੀ ਨੂੰ ਦੱਸਾਂਗੇ। ਚਲੋ ਦੱਸ ਰਹੇ ਆ। ਚਲੋ BJP ਨੇ ਤਾਂ ਨਾ ਕੁਛ ਕੀਤਾ ਤੁਹਾਡੇ ਨਾਲ, ਚੰਜਰ ਸਾਹਿਬ ਕੀ ਕੀਤਾ? BJP ਵੀ ਹੁਣ ਸਾਰੀ ਉਹੀ ਰਾਹ ਤੇ ਚੱਲ ਰਹੀ ਹੈ KP ਜੀ, ਤਾਂ ਹੀ ਤਾਂ ਬਾਹਰ ਬੈਠੇ ਆਂ ਅਸੀਂ ਆ ਕੇ। ਤਾਰਾ 370 ਦੇ ਤੁਸੀਂ ਵੋਟ ਪਾਈ ਸੀਗੀ ਕਸ਼ਮੀਰ ਦੇ ਮਾਮਲੇ 'ਚ, ਉਹਦਾ ਕੋਈ ਅਫਸੋਸ ਤਾਂ ਨਹੀਂ ਹੈ ਚੰਜਰ ਸਾਹਿਬ? ਤਾਰਾ 370 ਦੇਖੋ ਘੱਟ ਗਿਣਤੀਆਂ, ਜਿਹੜੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਗੱਲ ਕਹਿੰਦਾ ਹੈ ਕਿ ਜਿਹੜੇ ਸੂਬਿਆਂ ਦੇ ਅਧਿਕਾਰ ਨੇ ਉਹਨਾਂ ਨੂੰ ਮਿਲਣੇ ਚਾਹੀਦੇ ਨੇ। ਸ਼੍ਰੋਮਣੀ ਅਕਾਲੀ ਦਲ ਤਾਂ ਕਿਉਂ ਲੜਾਈ ਲੜਦਾ ਰਿਹਾ,
ਝਿੰਜਰ ਸਾਹਿਬ ਪਹਿਲਾਂ ਇਹ ਦੱਸੋ ਧਾਰਾ 370 ਦਾ ਘੱਟ ਗਿਣਤੀਆਂ ਨਾਲ ਕੀ ਮਤਲਬ? ਉਹ ਦੇਸ਼ ਦੀ ਏਕਤਾ ਅਖੰਡਤਾ ਨਾਲ ਉਹਦਾ ਮਤਲਬ ਹੈ। ਚਲੋ ਉਹ ਮੈਨੂੰ ਲੱਗਦਾ ਮੈਂ ਹੀ ਸਵਾਲ ਗਲਤ ਕਰ ਲਿਆ, ਮੈਂ ਥੋੜਾ ਬ੍ਰੇਕ ਲੈ ਲੂੰਗਾ, ਬ੍ਰੇਕ ਤੋਂ ਵਾਪਸ ਆ ਰਿਹਾ। ਸਿੱਖ ਪੰਜਾਬ ਤੇ ਪੋਲਿਟਿਕਸ, ਇਹ ਪੋਲੀਟੀਕਲ ਏਜੰਡਾ ਕੀ ਹੈਗਾ, ਇਸ ਨੂੰ ਸਮਝਣ ਦੀ ਜ਼ਰੂਰਤ ਹੈ। ਕੀ ਹੈ ਸਿੱਖ ਕਹਿ ਕੇ ਤੁਹਾਡੇ ਤੋਂ ਸਿਰਫ ਵੋਟਾਂ ਤਾਂ ਨਹੀਂ ਬਟੋਰੀਆਂ ਜਾ ਰਹੀਆਂ, ਆਪਦੇ ਏਜੰਡੇ ਇਹਨਾਂ ਸਾਹਮਣੇ ਰੱਖਿਓ, ਕਿਹੜੇ ਮਸਲੇ ਹੈਗੇ ਤੁਹਾਡੇ। ਜੇ ਕਾਲੀ ਸੂਚੀ ਵਿੱਚ ਤੁਹਾਡਾ ਨਾਮ ਪਾਇਆ ਜਾਂਦਾ ਤਾਂ ਪੁੱਛੋ ਕਿਉਂ ਪਾਇਆ ਜਾਂਦਾ। ਜੇ ਧਾਰਾ 25-20 ਵਾਲਾ ਸੋਧ ਦਾ ਮਾਮਲਾ ਹੈਗਾ ਤਾਂ ਪੁੱਛੋ ਇਹਨਾਂ ਨੂੰ ਤੁਸੀਂ ਕੀ ਕਰਨ ਜਾ ਰਹੇ ਹੋ। SGPC ਦਾ ਜੇ ਮਾਮਲਾ ਹੈਗਾ ਉਹਦੇ ਵੀ ਸਵਾਲ ਕਰੋ, ਸਾਰਿਆਂ ਮੁੱਦਿਆਂ ਤੇ ਸਵਾਲ ਕਰਨੇ ਪੈਣਗੇ, ਨਹੀਂ ਤਾਂ ਸਿੱਖ ਕਹਿ ਕੇ ਤੁਹਾਡੇ ਤੋਂ ਵੋਟਾਂ ਲੈ ਲਿੱਤੀਆਂ ਜਾਣਗੀਆਂ। ਗੁਰਦੁਆਰਾ ਡਾਂਗਮਰ ਸਾਹਿਬ, ਗੁਰਦੁਆਰਾ ਗਿਆਨ ਗੋੜੀ ਸਾਹਿਬ, ਜਿਹੜੇ ਹੋਰ ਸਿੱਖ ਬੈਠੇ ਆ ਅਲੱਗ-ਅਲੱਗ ਖੇਤਰਾਂ ਦੇ ਵਿੱਚ, ਦੇਸ਼ ਦੇ ਵਿੱਚ, ਵਿਦੇਸ਼ਾਂ ਦੇ ਵਿੱਚ, ਉਹਨਾਂ ਬਾਰੇ ਸਵਾਲ ਕਰਿਆ ਕਰੋ। ਕਿਉਂ ਉਹਨਾਂ ਨੂੰ ਜਹਾਜ਼ ਉਹਨਾਂ ਦਾ ਵਾਪਸ ਆ ਜਿਹੜਾ ਮੋੜ ਦਿੱਤਾ ਜਾਂਦਾ, ਇਹ ਸਾਰੇ ਸਵਾਲ ਇਹਨਾਂ ਨੂੰ ਪੁੱਛਣਾ ਲਾਜ਼ਮੀ ਹੈ। ਇਸ ਬਾਰੇ ਪੁੱਛ ਰਹੇ ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਅਸੀਂ ਇਹ ਪੁੱਛਾਂਗੇ, 2022 ਲਈ ਸਿੱਖਾਂ ਤੇ ਫੋਕਸ ਕਰ ਰਹੀ ਸਿਆਸਤ ਕਿਹੜੇ ਮਸਲੇ ਹੱਲ ਕਰੇਗੀ। ਮੇਰੇ ਚਾਰੇ ਪੈਨਲਿਸਟ ਨੂੰ ਤਕੀਦ ਹੈ ਕਿ ਜਿਹੜਾ ਸਵਾਲ ਹੋਵੇ ਉਹਦਾ ਹੀ ਜਵਾਬ ਦਿੱਤਾ ਜਾਵੇ। ਜੇ ਨਹੀਂ ਜਵਾਬ ਦੇਣਾ ਤੁਸੀਂ ਕਹਿ ਦਿਓ, ਮੈਂ ਅਗਲਾ ਸਵਾਲ ਕਰ ਲੂੰਗਾ। ਮੇਰੇ ਕੋਲ ਸਵਾਲ ਬਹੁਤ ਹੈਗੇ ਆ। ਝਿੰਜਰ ਸਾਹਿਬ, ਸਿੱਖਾਂ ਤੋਂ ਵੋਟ ਲੈਣ ਜਾਓਗੇ, ਕਿਹੜੇ ਮਸਲੇ ਉਹਨਾਂ ਦੇ ਅੱਗੇ ਰੱਖੋਗੇ? ਅਕਾਲੀ ਦਲ ਵੀ ਇਸ ਵਕਤ BJP ਨਾਲ ਅਸੀਂ ਟੁੱਟ ਚੁੱਕੇ ਹਾਂ, BSP ਨਾਲ ਸਾਡੀ ਸਾਂਝ ਹੈ, ਕੇਂਦਰ ਵਿੱਚ ਪਤਾ ਨਹੀਂ ਤੁਹਾਡੀ ਭਾਈਵਾਲੀ ਹੋਊਗੀ ਕਿ ਨਹੀਂ ਹੋਊਗੀ, ਪੋਸਟ ਇਲੈਕਸ਼ਨ ਅਲਾਈਅੰਸ ਹੋਣਾ ਕਿ ਨਹੀਂ ਹੋਣਾ ਮੈਨੂੰ ਨਹੀਂ ਪਤਾਗਾ। ਝਿੰਜਰ ਸਾਹਿਬ, ਕਿਹੜੇ ਮਸਲੇ ਚੁੱਕੋਗੇ ਸਿੱਖਾਂ ਦੇ ਤੁਸੀਂ? ਕੱਲੇ ਸਿੱਖਾਂ ਕੋਲ ਨਹੀਂ KP ਜੀ, ਅਸੀਂ ਸਾਰੇ ਪੰਜਾਬੀਆਂ ਕੋਲ, ਪੰਜਾਬੀਅਤ ਕੋਲ ਇਹ ਮਸਲੇ ਚੁੱਕ ਕੇ ਜਾਵਾਂਗੇ ਕਿ ਅੱਜ ਫੇਰ ਜਿਹੜਾ 500 ਸਾਲ ਤੋਂ ਇਤਿਹਾਸ ਚੱਲਿਆ ਆ ਰਿਹਾ, ਦਿੱਲੀ ਭਾਵੇਂ ਉਹ ਦਿੱਲੀ ਦੇ ਜਿਹੜੇ ਤਖਤ ਤੋਂ ਜਿਹੜੀਆਂ ਪਾਰਟੀਆਂ ਚੱਲ ਰਹੀਆਂ ਨੇ, ਦਿੱਲੀ ਦੀ ਸੋਚ ਲੈ ਕੇ ਪਾਰਟੀਆਂ ਚੱਲ ਰਹੀਆਂ ਨੇ, ਉਹਨਾਂ ਨੂੰ ਪੰਜਾਬ ਤੇ ਪੰਜਾਬੀਅਤ ਤੋਂ ਖਤਰਾ। ਭਾਵੇਂ ਉਹ ਜਿਹੜਾ 15 ਕਿਲੋਮੀਟਰ ਤੋਂ ਲੈ ਕੇ 50 ਕਿਲੋਮੀਟਰ ਤੱਕ ਦਾ ਏਰੀਆ ਹੋਵੇ, ਭਾਵੇਂ ਖੇਤੀ ਬਿੱਲ ਹੋਣ, ਭਾਵੇਂ ਜਿਹੜੇ ਵੀ ਸਾਡੀ ਜਿਹੜੀ ਪੰਜਾਬੀਅਤ ਨੂੰ ਖਤਰਾ ਹੋਵੇ, ਕਿਉਂਕਿ ਜਿਹੜੀਆਂ ਸਾਰੀਆਂ ਪਾਰਟੀਆਂ ਦਿੱਲੀ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੇ, ਉਹਨਾਂ ਨੇ ਦਿੱਲੀ ਦੇ ਏਜੰਡੇ ਤੇ ਕੰਮ ਕਰਨਾ ਤੇ ਸਿਰਫ ਖੇਤਰੀ ਇੱਕੋ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਜਿਹੜੀ ਪੰਜਾਬ ਤੇ ਪੰਜਾਬੀ ਦੇ ਏਜੰਡੇ ਤੇ ਲਿਖੀ। ਚਲੋ ਮੈਂ ਇੱਕ ਸਵਾਲ ਕਰ ਰਿਹਾ, ਮੈਂ ਇਹ ਸਵਾਲ ਸੌਖਾ ਕਰ ਦਿੰਦਾ। ਝਿੰਜਰ ਸਾਹਿਬ, ਤੁਸੀਂ ਸਿੱਖ ਹਤੈਸ਼ੀ ਵਾਲਾ ਏਜੰਡਾ ਨਹੀਂ ਲੈ ਕੇ ਜਾਓਗੇ, ਪੰਜਾਬੀ ਵਾਲਾ, ਪੰਜਾਬੀਅਤ ਵਾਲਾ ਏਜੰਡਾ ਲੈ ਕੇ ਜਾਓਗੇ, ਤੇ ਸੰਘੀ ਢਾਂਚੇ ਵੱਲ ਹੁਣ ਤੁਹਾਡੀ ਪਾਰਟੀ ਆ ਵਾਪਸ ਆਪਦੇ ਮੂਲ ਸਿਧਾਂਤ ਤੇ ਵਾਪਸ ਆਉਣ ਲੱਗੀ ਹੈ, ਇਹੀ ਸਮਝਾਂ ਮੈਂ ਝਿੰਜਰ ਸਾਹਿਬ? ਉਹ ਦੋਵੇਂ ਏਜੰਡੇ ਹੋਣਗੇ। ਦੇਖੋ ਕੱਲੇ ਪੰਜਾਬ ਦੇ ਵਿੱਚ ਸਿੱਖ ਥੋੜਾ ਰਹਿੰਦੇ ਨੇ, ਸਿੱਖਾਂ ਦੀ ਨੁਮਾਇੰਦਾ ਜਮਾਤ ਆ ਸ਼੍ਰੋਮਣੀ ਅਕਾਲੀ ਦਲ। ਸਿੱਖਾਂ ਦੇ ਮਸਲੇ ਤਾਂ ਪਹਿਲੇ ਰਾਤੀ ਜਾਣੇ ਜਾਣੇ ਨੇ, ਪਰ ਪੰਜਾਬ ਦੇ ਵਿੱਚ ਜਿਹੜਾ ਵੀ ਸਾਡਾ ਭਾਈਚਾਰਾ ਪੰਜਾਬੀ ਰਹਿੰਦੇ ਨੇ, ਪੰਜਾਬੀ ਸਾਰੇ ਆਉਂਦੇ ਨੇ, ਮਸਲੇ ਸਾਰੇ ਨੇ, ਖਤਰਾ ਪੂਰੀ ਪੰਜਾਬੀਅਤ ਨੂੰ। ਤੁਹਾਡੀ ਸਿੱਖ ਪਾਰਟੀ ਹੈ ਜਾਂ ਪੰਜਾਬੀ ਪਾਰਟੀ ਹੈ ਸਰ ਝਿੰਜਰ ਸਾਹਿਬ? ਪੂਰੇ ਸਾਰੇ ਧਰਮਾਂ ਦੀ ਇੱਕ ਸ਼੍ਰੋਮਣੀ ਅਕਾਲੀ ਦਲ ਬੇਸ਼ੱਕ ਸਿੱਖ ਨੁਮਾਇੰਦਾ ਪਾਰਟੀ ਆ, ਪਰ ਅਸੀਂ ਸਾਰੀਆਂ ਪਾਰਟੀਆਂ ਨੂੰ, ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਆ, ਪੂਰੀ ਪੰਜਾਬੀਅਤ ਪਾਰਟੀ ਆ। ਚਲੋ, ਤੁਹਾਨੂੰ ਇਹ ਲੱਗਦਾ BJP ਤੁਹਾਡੇ ਵੋਟ ਬੈਂਕ ਦੇ ਵਿੱਚ ਸਨਮਾਰੀ ਕਰਦੀ ਪਈ ਜਾਂ ਤੁਹਾਨੂੰ ਫਾਇਦਾ ਹੋ ਰਿਹਾ? ਜਿੰਨੇ ਟੋਟੇ ਹੋਣਗੇ ਸਿਆਸੀ ਧਿਰਾਂ ਦੇ, ਉਹਨਾਂ ਹੀ ਤੁਹਾਨੂੰ ਫਾਇਦਾ। ਝਿੰਜਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਨੂੰ BJP ਦਾ 1% ਵੀ ਕੋਈ ਨੁਕਸਾਨ ਨਹੀਂ ਹੋਏਗਾ। ਚਲੋ ਠੀਕ ਹੈ। ਤੇ ਫਿਰ ਤੁਹਾਨੂੰ ਹਿੰਦੂ ਚਿਹਰੇ ਤਾਂ ਨਹੀਂ ਚਾਹੀਦੇ ਨਾ, ਜਿੰਨਾ ਪਿੱਛੇ ਹੁਣ ਤੁਸੀਂ ਭਜਦੇ ਪਏ ਹੋ, BJP ਦੇ ਚਿਹਰੇ ਲੱਭਦੇ ਪਏ ਹੋ ਜਾਂ ਹਿੰਦੂ ਫੇਸਸ ਲੱਭਦੇ ਪਏ ਹੋ? ਅਕਾਲੀ ਦਲ ਪਹਿਲਾਂ ਵੀ ਹਿੰਦੂ ਚਿਹਰਿਆਂ ਨੂੰ, ਮੁਸਲਿਮ ਚਿਹਰਿਆਂ ਨੂੰ ਵੀ ਸਾਰਿਆਂ ਨੂੰ ਟਿਕਟਾਂ ਦਿੰਦੀ ਆ। ਪੰਜਾਬ ਦੇ ਸਾਰੇ ਕਹਿੰਦੇ ਨੇ ਤੇ ਹੱਕ ਸਾਰਿਆਂ ਦਾ। ਚਲੋ, ਕੁਲਦੀਪ ਧਾਲੀਵਾਲ, ਤੁਸੀਂ ਕਿਹੜੇ ਏਜੰਡੇ ਲੈ ਕੇ ਸਿੱਖਾਂ ਕੋਲੇ ਜਾਓਗੇ? ਇਹ ਦੇਖੋ, ਅਸੀਂ ਤਾਂ ਨਵਾਂ ਪੰਜਾਬ ਭਾਜਪਾ ਦੇ ਨਾਲ, ਅਸੀਂ ਸਾਡਾ ਇਹੀ ਏਜੰਡਾ ਹੈ, ਔਰ ਅਸੀਂ ਪੰਜਾਬ ਨੂੰ ਜਿਹੜਾ ਇਨਵੈਸਟਮੈਂਟ ਵੱਲ ਨੂੰ ਲੈ ਕੇ ਜਾਵਾਂਗੇ ਕਿ ਜਿਹੜਾ ਪੰਜਾਬ ਚੋਂ ਇਨਵੈਸਟਮੈਂਟ ਬਾਹਰ ਭਜਾਈ ਜਾ ਰਹੀ ਹੈ, ਇੱਥੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਕਿ ਕੋਈ ਵੀ ਬੰਦਾ ਇਨਵੈਸਟਮੈਂਟ ਲੈ ਕੇ ਪੰਜਾਬ 'ਚ ਨਾ ਵੜੇ। ਨਹੀਂ ਧਾਲੀਵਾਲ ਸਾਹਿਬ, ਤੁਸੀਂ ਗੱਲ ਬਹੁਤ ਖੂਬਸੂਰਤ ਕਹਿ ਰਹੇ ਹੋ ਧਾਲੀਵਾਲ ਸਾਹਿਬ, ਮੈਂ ਤੁਹਾਡੇ ਨਾਲ ਹਾਂ ਸਰ, ਇਨਵੈਸਟਮੈਂਟ ਦੀ ਗੱਲ ਹੋਣੀ ਚਾਹੀਦੀ ਹੈ ਸਰ। ਮੈਂ ਇਨਵੈਸਟਮੈਂਟ ਵਾਲਾ ਸਵਾਲ ਹੀ ਕਰ ਰਿਹਾ ਧਾਲੀਵਾਲ ਸਾਹਿਬ। ਮੈਂ, ਤੁਸੀਂ ਧਰਮ ਦੀ ਪੋਲਿਟਿਕਸ 'ਚ ਬਾਹਰ ਆ ਰਹੇ ਸਰ, ਮੈਂ ਵੀ ਬਾਹਰ ਆ ਜਾਣਾ ਨਾ। ਜਿਹੜੇ ਹੁਸੈਨੀ ਵਾਲਾ ਬਾਰਡਰ ਦਾ ਲਾਂਘਾ ਹੈਗਾ, ਜਿਹੜਾ ਅਟਾਰੀ ਵਾਘਾ ਬਾਰਡਰ ਦਾ ਹੈਗਾ, ਅਰਥਚਾਰਾ ਪੰਜਾਬ ਦਾ ਮਜ਼ਬੂਤ ਹੋਊਗਾ, ਦੇਸ਼ ਦਾ ਮਜ਼ਬੂਤ ਹੋਊਗਾ, ਪਾਕਿਸਤਾਨ ਨਾਲ ਲਾਂਘੇ ਖੁੱਲ੍ਹਣੇ ਚਾਹੀਦੇ ਆ। ਮੈਂ ਅਰਥਚਾਰੇ ਦੀ ਗੱਲ ਕਰ ਰਿਹਾ ਧਾਲੀਵਾਲ ਸਾਹਿਬ। ਨਹੀਂ, ਬਿਲਕੁਲ ਇਹ ਬਹੁਤ ਤੁਸੀਂ ਸੋਹਣਾ ਸਵਾਲ ਚੁੱਕਿਆ ਹੈ, ਔਰ ਇਸ ਮਸਲੇ ਦੇ ਉੱਤੇ ਸਭ ਤੋਂ ਮੂਹਰੇ ਹੋ ਕੇ ਮੈਂ ਇਸ ਦੀ ਪੈਰਵਾਈ ਵੀ ਕਰੂੰਗਾ, ਔਰ ਇਸ ਮਸਲੇ ਤੇ ਗੱਲਬਾਤ ਜ਼ਰੂਰ ਕਰਾਂਗੇ ਕੇਂਦਰ ਨਾਲ। ਪੰਜਾਬ ਲੀਡਰਸ਼ਿਪ ਗੱਲ ਕਰੂਗੀ ਜਾਂ ਕੁਲਦੀਪ ਸਿੰਘ ਧਾਲੀਵਾਲ ਗੱਲ ਕਰਨਗੇ ਸਿਰਫ? ਬਿਲਕੁਲ ਕਰੂਗੀ ਵੀ ਇਹ ਇੱਕ ਆਧਾਰ ਬਣ ਸਕਦਾ ਸਾਡੇ ਪੰਜਾਬ ਦੇ ਅਰਥਚਾਰੇ ਦਾ, ਔਰ ਇਹ ਵਿਸ਼ੇ ਨੂੰ ਚੱਕਾਂਗੇ। ਤੁਹਾਡੇ ਮੈਨੀਫੈਸਟੋ ਦੇ ਵਿੱਚ ਏਜੰਡਾ ਸ਼ਾਮਲ ਹੋਊਗਾ? ਦੇਖੋ, ਮੈਨੀਫੈਸਟੋ ਦੇ ਵਿੱਚ ਜਿੰਨੇ ਵੀ ਨਵਾਂ ਪੰਜਾਬ ਭਾਜਪਾ ਦੇ ਨਾਲ ਸਾਡਾ, ਔਰ ਜਿੰਨੇ ਵੀ ਪੰਜਾਬ ਸਰ ਜਿਹੜਾ ਅਸਲੀ ਪੰਜਾਬ ਹੈ ਸਰ, ਉਹ ਹੀ ਵਾਪਸ ਦੇ ਦਿਓ ਸਰ ਸਾਨੂੰ। ਮੈਂ ਤਾਂ ਬੇਨਤੀ ਕਰ ਰਿਹਾ ਸਰ, ਨਵਾਂ ਪੰਜਾਬ ਰਹਿਣ ਦਿਓ ਸਰ, ਸਾਨੂੰ ਨਹੀਂ ਚਾਹੀਦਾ ਸਰ, ਨਵਾਂ ਪੰਜਾਬ ਰਹਿਣ ਦਿਓ ਧਾਲੀਵਾਲ ਸਾਹਿਬ। ਜਿਹੜਾ ਅਸਲੀ ਪੰਜਾਬ ਹੈ ਸਰ, ਉਹ ਵਾਪਸ ਦੇ ਦਿਓ ਨਾ। ਤੁਹਾਡੀ ਨੌਕਰੀ ਬਰਕਰਾਰ ਹੈ, ਤੁਹਾਨੂੰ ਨਹੀਂ ਚਾਹੀਦਾ, ਪਰ ਜਿਨ੍ਹਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਜਿਨ੍ਹਾਂ ਸਰ ਨੌਕਰੀ ਨਹੀਂ ਸਰ, ਜ਼ਮੀਰ ਤੋਂ ਬੋਲ ਰਿਹਾ ਸਰ, ਨੌਕਰੀ ਲਈ ਨਹੀਂ ਬੋਲ ਰਿਹਾ ਸਰ। ਨੇ ਲੋਕਾਂ ਦੇ ਜਿਹੜੇ ਹੈਗੇ ਆ ਕਬਜ਼ੇ ਕੀਤੇ, ਉਹ ਸਾਰੇ ਲੋਕਾਂ ਨੂੰ ਜਿਹੜਾ ਹੈਗਾ ਬਹਾਲੀ ਚਾਹੀਦੀ ਹੈ, ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਨਾਲ ਮਿਲ ਕੇ
ਜਿਹੜੀ ਸਰਕਾਰ ਆ ਉਹ ਲੈ ਕੇ ਆਊਗੀ। ਚਲੋ ਜਿਹੜਾ ਤੁਸੀਂ ਅਰਚਾਰੇ ਦੀ ਗੱਲ ਕੀਤੀ ਸੀ, ਅਰਚਾਰੇ ਦੇ ਇੱਕ ਹੋਰ ਸਵਾਲ ਕਰ ਲਵਾਂ ਮੈਂ ਧਾਲੀਵਾਲ ਸਾਹਿਬ, ਮੈਨੂੰ ਚੰਗਾ ਲੱਗਾ ਤੁਸੀਂ ਅਰਚਾਰੇ ਦੀ ਗੱਲ ਕੀਤੀ ਹੈ। ਪੰਜਾਬ ਲਈ ਵਿਸ਼ੇਸ਼ ਪੈਕੇਜ ਆਊਗਾ ਸਰ ਇੰਡਸਟਰੀ ਦਾ? 1 ਲੱਖ ਕਰੋੜ ਦਾ ਕਰਜ਼ਾ ਜਿਹੜਾ ਕਾਂਗਰਸ ਨੇ ਚੜਾਇਆ, ਉਹ ਕਰਜ਼ੇ ਨੂੰ ਉਤਾਰਨ ਲਈ ਪ੍ਰੋਪਰ ਇੰਡਸਟਰੀ ਪੈਕੇਜ ਸਾਰਾ ਕੁਝ ਅਸੀਂ ਲੈ ਕੇ ਆ ਰਹੇ ਹਾਂ ਔਰ ਥੋੜੇ ਦਿਨਾਂ 'ਚ ਅਨਾਉਂਸ ਕਰ ਰਹੇ ਹਾਂ। ਚਲੋ ਮਿਸਟਰ ਭੱਟੀ, ਕਿਹੜੇ ਮਸਲੇ ਆ ਜਿਹੜੇ ਮੈਂ ਪਹਿਲਾਂ ਵੀ ਸਵਾਲ ਕੀਤਾ ਸੀ, ਦੁਬਾਰਾ ਕਰ ਰਿਹਾ, ਜਿੱਥੇ ਤੁਸੀਂ ਵੋਟਾਂ ਲੈਣ ਜਾਣੀਆਂ, ਉਹ ਕਿਹੜੇ ਮਸਲੇ ਤੁਸੀਂ ਚੱਕੋਗੇ ਵੀ ਆਹ ਮਸਲੇ ਹੈਗੇ ਤੁਹਾਡੇ, ਅਸੀਂ ਹੱਲ ਕਰਵਾਵਾਂਗੇ? ਕੇਪੀ ਜੀ, ਸਾਡੀ ਜਿਹੜੀ ਪਾਰਟੀ ਹੈ ਨਾ, ਉਹ ਪੰਜਾਬ ਨੂੰ ਜਿਹੜਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਜਿਹੜਾ ਪੁਰਾਣਾ ਪੰਜਾਬ ਹੈ ਉਹ ਸਾਨੂੰ ਲਿਆ ਦਿਓ, ਅਸੀਂ ਉਹੀ ਲਿਆਉਣ ਵਾਸਤੇ ਸਿਆਸਤ ਨੂੰ ਬਦਲਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਸਿਆਸਤ ਬਦਲ ਰਹੇ ਹਾਂ। ਹੁਣ ਜਿਹੜਾ ਰੀਸੈਂਟਲੀ ਜੋ ਕੁਝ ਹੋ ਰਿਹਾ ਨਾ ਅਕਾਲੀ ਤੇ ਭਾਜਪਾ ਦਰਮਿਆਨ, ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਾਡੀ ਪਾਰਟੀ ਇਹ ਸਮਝਦੀ ਹੈ ਕਿ ਇਹ ਅੰਦਰੋਂ ਦੋਵੇਂ ਇੱਕੋ ਹੀ ਨੇ, ਇਹ ਸਿਰਫ ਡਰਾਮੇਬਾਜ਼ੀ ਹੋ ਰਹੀ ਹੈ, ਵਾਕਈ ਡਰਾਮੇਬਾਜ਼ੀ ਹੋ ਰਹੀ ਹੈ ਤੇ ਅਲਟੀਮੇਟਲੀ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਇਕੱਠੇ ਫਿਰ ਹੋ ਜਾਣਾ। ਭੱਟੀ ਸਾਹਿਬ, ਮੈਂ ਇਸੇ ਤੇ ਸਵਾਲ ਕਰ ਲਾਂ ਤੁਹਾਨੂੰ ਇੱਕ ਜੀ। ਹਾਂ ਭੱਟੀ ਸਾਹਿਬ, ਮੈਂ ਇਹ ਸਵਾਲ ਕਰਨਾ ਚਾਹ ਰਿਹਾ, ਜਥੇਦਾਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈਗਾ ਮਿਸਟਰ ਸਿਰਸਾ ਤੇ, ਕੀ ਜਥੇਦਾਰ ਸਾਹਿਬ ਨੂੰ ਉਹ ਬਿਆਨ ਦੇਣਾ ਚਾਹੀਦਾ ਸੀਗਾ? ਆਮ ਆਦਮੀ ਪਾਰਟੀ ਐਗਰੀ ਕਰਦੀ ਹੈ? ਦੇਖੋ ਜੀ, ਆਮ ਆਦਮੀ ਪਾਰਟੀ ਦਾ ਇਹ ਹੈ ਕਿ ਕੋਈ ਵੀ ਬੰਦਾ ਕੋਈ ਵੀ ਪਾਰਟੀ ਜੁਆਇਨ ਕਰ ਸਕਦਾ ਹੈ। ਉਸ ਚ ਉਹਨੂੰ ਕੋਈ ਇਹ ਨਹੀਂ ਕਿ ਸਿੱਖ ਉਧਰ ਭਾਜਪਾ 'ਚ ਨਹੀਂ ਜਾ ਸਕਦੇ, ਕਿਉਂਕਿ ਬਹੁਤ ਸਾਰੇ ਸਿੱਖ ਉਧਰ ਜਾ ਰਹੇ ਆ। ਭਾਜਪਾ ਵਾਲੇ ਵੀ ਬਹੁਤ ਸਾਰੇ ਲੀਡਰ ਜਿਹੜੇ ਹਿੰਦੂ ਲੀਡਰ ਨੇ ਉਹ ਅਕਾਲੀ ਦਲ 'ਚ ਆ ਰਹੇ ਆ। ਤੇ ਅਸੀਂ ਫਿਰ ਉਹੀ ਕਹਿੰਦੇ ਆ ਕਿ ਇਹਨਾਂ ਦੀ ਆਪਸ 'ਚ ਗੱਠਜੋੜ ਹੋਇਆ ਅੰਦਰ ਖਾਤੇ, ਇਹਨੂੰ ਸਿਰਫ ਹੁਣ ਸਪਸ਼ਟ ਕਰਨ ਦੀ ਲੋੜ ਹੈ, ਜਦੋਂ ਇਲੈਕਸ਼ਨ ਆਣੀਆਂ ਆਪੇ ਸਪਸ਼ਟ ਹੋਏਗਾ। ਪਰ ਸਾਨੂੰ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜ਼ੀਰੋ ਭਾਜਪਾ ਵੀ ਜ਼ੀਰੋ ਹੈ ਤੇ ਅਕਾਲੀ ਵੀ ਜ਼ੀਰੋ ਹੈ। ਸਾਡਾ ਮੁਕਾਬਲਾ ਮਤਲਬ ਇਸ ਵੇਲੇ ਕਾਂਗਰਸ ਪਾਰਟੀ ਨਾਲ ਸਿੱਧਾ ਹੋਏਗਾ ਤੇ ਅਸੀਂ ਡੈਫੀਨਿਟਲੀ ਜਿੱਤਾਂਗੇ। ਭੱਟੀ ਸਾਹਿਬ, ਤੁਹਾਡਾ ਮੁਕਾਬਲਾ ਤਾਂ ਆਦੀ ਪਾਰਟੀ ਨਾਲ ਹੀ ਚੱਲਦਾ ਪਿਆ ਇਹ ਤਾਂ। ਨਹੀਂ ਸਰ, ਉਹ ਆਮ ਪਾਰਟੀਆਂ ਦੇ ਅੰਦਰੂਨੀ ਖਿੱਚੋਤਾਣ ਹਰ ਪਾਰਟੀ ਚੱਲਦੀ ਹੈ, ਪਰ ਅਸੀਂ ਇਹਨੂੰ ਹੁਣੇ ਹੀ ਤੇ ਓਵਰਕਮ ਕਰਕੇ ਆਪਣੀ ਮਜ਼ਬੂਤ ਧਿਰ ਵਜੋਂ ਖੜੇ ਹੋਵਾਂਗੇ। ਚਲੋ ਰਾਣਾ ਚਹਿਲ, ਮਿਸਟਰ ਸਿੱਧੂ ਇਹ ਗੱਲ ਕਹਿੰਦੇ ਆ ਜਦੋਂ ਕਰਤਾਰਪੁਰ ਲਾਂਘਾ ਖੁੱਲਦਾ ਕਿ ਮੈਂ ਬਾਕੀ ਲਾਂਘੇ ਵੀ ਚਾਹੁੰਦਾ ਖੁੱਲੇ, ਹੁਣ ਤੁਸੀਂ ਇਹਦੇ ਤੇ ਕੰਮ ਕਰੋਗੇ ਰਾਣਾ ਚਹਿਲ? ਦੇਖੋ ਕੇਪੀ ਸਾਹਿਬ, ਸਭ ਤੋਂ ਪਹਿਲੀ ਤਾਂ ਨਾ ਮੈਂ ਗੱਲ ਕਹਿਣਾ ਵੀ ਅਸੀਂ ਅੱਜ ਤੱਕ ਗੁਰੂ ਮਹਾਰਾਜ ਦੀ ਮਿਹਰ ਨਾਲ ਮੈਂ ਸਾਰੇ ਪ੍ਰਧਾਨਾਂ ਨਾਲ ਕੰਮ ਕੀਤਾ। ਜਿਹੜੀ ਇੱਕ ਸੋਚ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਆ, ਉਹਨਾਂ ਨੇ ਕਦੇ ਧਰਮ ਦੀ ਰਾਜਨੀਤੀ ਦੀ ਗੱਲ ਨਹੀਂ ਕੀਤੀ ਜਾਂ ਹੋਰ ਨਹੀਂ, ਉਹਨਾਂ ਨੇ ਗੱਲ ਕੀਤੀ ਹੈ ਵੀ ਅਸੀਂ ਪਹਿਲੀ ਗੱਲ ਜਦੋਂ ਸਾਡੀ ਸਰਕਾਰ ਆਉਂਦੀ ਅਸੀਂ ਪੰਜਾਬ ਤੇ ਪੰਜਾਬੀਅਤ ਇਹਨੂੰ ਪਹਿਲਾਂ ਅਸੀਂ ਕਾਇਮ ਕਰਨਾ, ਉਸ ਤੋਂ ਬਾਅਦ ਬਿਲਕੁਲ ਲਾਂਘਿਆਂ ਦੀ ਗੱਲ ਹੋਣੀ ਚਾਹੀਦੀ ਆ, ਖੁੱਲਣੇ ਚਾਹੀਦੇ ਆ, ਕਿਉਂਕਿ ਜਿਹੜੀ ਇੱਕ ਮਾਈਨੋਰਿਟੀਜ਼ ਦੇ ਉੱਪਰ ਸਿਆਸਤ ਨਹੀਂ ਹੋਣੀ ਚਾਹੀਦੀ। ਜੇ ਅਸੀਂ ਗੱਲ ਵਾਕਈ ਕਰਦੇ ਆ ਕਿ ਸੈਕੂਲਰਿਜ਼ਮ ਕਾਂਗਰਸ ਪਾਰਟੀ ਦੀ ਸੋਚ ਆ ਕਿ ਸੈਕੂਲਰਿਜ਼ਮ ਦੀ ਗੱਲ ਕਰਨੀ, ਤਾਂ ਫਿਰ ਇਹ ਸਿੱਧੂ ਸਾਹਿਬ ਆ ਜੋ ਗੱਲਾਂ ਕਰਦੇ ਆ ਉਹ ਪੂਰੀਆਂ ਵੀ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਕਾਂਗਰਸ ਨੇ ਕਦੇ ਇਦਾਂ ਦੀ ਸਿਆਸਤ ਨਹੀਂ ਕੀਤੀ, ਹਿੰਦੂ ਮੁਸਲਮਾਨ ਦੀ, ਸਿੱਖ ਈਸਾਈ ਦੀ ਸਿਆਸਤ, ਤੇ ਬਿਲਕੁਲ ਇਸ ਚੀਜ਼ ਨੂੰ ਮੈਂ ਕੰਡੈਮ ਫੇਰ ਕਰਦਾ ਤੁਹਾਡੇ ਮਾਧਿਅਮ ਨਾਲ ਕਿ ਆਉਣ ਵਾਲੇ ਸਮੇਂ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਪੰਜਾਬ ਤੇ ਪੰਜਾਬੀਅਤ ਨੂੰ ਬਹਾਲ ਕੀਤਾ ਜਾਊਗਾ। ਪਹਿਲਾਂ ਨੌਜਵਾਨੀ ਬਚਾ ਲਈਏ, ਕਿਸਾਨੀ ਬਚਾ ਲਈਏ ਤੇ ਇਨਵੈਸਟਮੈਂਟਾਂ ਬਾਅਦ ਚ ਲਿਆਵਾਂਗੇ। ਰਾਣਾ ਚਹਿਲ, ਇੱਕ ਆਖਰੀ ਸਵਾਲ ਕਰ ਲੈਣ ਦਿਓ ਮੈਨੂੰ, ਰਾਣਾ ਚਹਿਲ ਇੱਕ ਆਖਰੀ ਸਵਾਲ ਕਰ ਲੈਣ ਦਿਓ। ਤੁਸੀਂ ਕਹਿ ਰਹੇ ਧਰਮ ਜਾਤ ਪਾਤ ਦੀ ਸਿਆਸਤ ਕਾਂਗਰਸ ਨਹੀਂ ਕਰਦੀ, ਮੈਂ ਸਰ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦਾ, ਤੁਸੀਂ ਸਰ ਸੀਐਮ ਫੇਸ ਐਲਾਨ ਕਰ ਸਕਦੇ ਹੋ 2022 ਲਈ ਜਾਂ ਨਹੀਂ? ਉੱਥੋਂ ਕਲੀਅਰ ਹੋ ਜਾਊਗਾ ਤੁਸੀਂ ਕਿਹੜੀ ਸਿਆਸਤ ਕਰਦੇ ਪਏ ਹੋ। ਅਜੇ ਸਾਡਾ ਸੀਐਮ ਫੇਸ ਕੋਈ ਨਹੀਂ ਹੈ, ਕੋਈ ਪਾਰਟੀ ਨੇ ਐਲਾਨ ਨਹੀਂ ਕੀਤਾ। ਕਾਂਗਰਸ ਪਾਰਟੀ ਦਾ ਹਰੇਕ ਐਮਐਲਏ, ਹਰੇਕ ਵਰਕਰ ਕਾਂਗਰਸ ਦਾ ਸੀਐਮ ਫੇਸ ਹੈ। ਕੈਪਟਨ ਸਿੱਧੂ ਸਾਹਿਬ ਨੇ ਉਦੋਂ ਗੱਲ ਪਹਿਲਾਂ ਕਲੀਅਰ ਕਰਤੀ ਆਪਦੀ ਪੀਸੀ ਦੇ ਵਿੱਚ ਵੀ ਸਾਡਾ ਸੀਐਮ ਵੀ ਆਮ ਹੋ ਸਕਦਾ, ਸਾਡੇ ਐਮਐਲਏ ਵੀ ਆਮ ਯੂਥ ਦੇ ਵਿੱਚੋਂ ਹੋ ਸਕਦੇ ਆ ਤੇ ਆਮ ਘਰਾਂ ਦੇ ਮੁੰਡੇ ਹੋ ਸਕਦੇ ਆ। ਸੋ ਅਸੀਂ ਇਦਾਂ ਦੀ ਸਿਆਸਤ ਨਹੀਂ ਕਰਨੀ। ਰਾਣਾ ਚਹਿਲ, ਇਹਦੇ ਨਾਲ ਇੱਕ ਹੋਰ ਜੁੜਿਆ ਸਵਾਲ ਹੈ, ਮਿਸਟਰ ਚੰਨੀ ਤੇ ਮਿਸਟਰ ਸਿੱਧੂ ਤੋਂ ਇਲਾਵਾ ਕੋਈ ਹੋਰ ਸੀਐਮ ਫੇਸ ਹੋ ਸਕਦਾ 2022 ਲਈ ਜਾਂ ਇਹਨਾਂ ਦੋਨਾਂ ਵਿੱਚੋਂ ਕੋਈ ਹੋਊਗਾ? ਕਿਉਂ ਨਹੀਂ? ਕਾਬਲ ਸੁਖਜਿੰਦਰ ਸਿੰਘ ਰੰਧਾਵਾ ਬੈਠੇ ਆ, ਪ੍ਰਤਾਪ ਸਿੰਘ ਬਾਜਵਾ ਬੈਠੇ ਆ, ਬਹੁਤ ਲੀਡਰ ਬੈਠੇ ਇਹਨਾਂ ਦੇ। ਚਲੋ ਬਹੁਤ ਧੰਨਵਾਦ। ਸੁਨੀਲ ਜਾਖੜ ਦਾ ਨਾਮ ਨਹੀਂ ਲੈ ਰਹੇ ਪਰ ਤੁਸੀਂ ਸਿੱਖ ਚਿਹਰਾ। ਚਲੋ ਬਹੁਤ ਧੰਨਵਾਦ ਸਾਰਿਆਂ ਨੂੰ ਪਤਾ ਲੱਗ ਗਿਆ ਤੁਸੀਂ ਕਿਹੜੀ ਸਿਆਸਤ ਕਰਦੇ ਪਏ। ਬਹੁਤ ਧੰਨਵਾਦ ਰਾਣਾ ਚਹਿਲ ਤੁਹਾਡਾ, ਅਰਵਿੰਦ ਸਿੰਘ ਭੱਟੀ ਤੁਹਾਡਾ ਬਹੁਤ ਧੰਨਵਾਦ, ਜੰਜਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਕੁਲਦੀਪ ਸਿੰਘ ਧਾਲੀਵਾਲ ਤੁਹਾਡਾ ਬਹੁਤ ਧੰਨਵਾਦ। ਅਸੀਂ ਸਵਾਲ ਇਹ ਕੀਤਾ ਸੀਗਾ ਸਿੱਖਾਂ ਤੋਂ ਕਿਹੜੀ ਸਰਦਾਰੀ ਭਾਲਦੀ ਹੈ ਸਿਆਸਤ। ਇਹ ਸਵਾਲ ਦੇ ਵਿਚਾਲੇ ਜਵਾਬ ਬਹੁਤ ਸਾਰੇ ਤੁਹਾਡੇ ਸਾਹਮਣੇ ਪਏ ਆ, ਇਹਨਾਂ ਨੇ ਕਿਹੜੇ ਮਸਲੇ ਹੱਲ ਕਰਨੇ ਆ। ਪਰ ਸਿੱਖ ਫਲਸਫਾ ਜਿਹੜਾ ਉਹ ਸਰਬੱਤ ਦੇ ਭਲੇ ਦਾ ਫਲਸਫਾ ਮੰਨਦਾ। ਇਹ ਸਿਆਸਤ ਕੀ ਚਾਹੁੰਦੀ ਹੈ ਉਹ ਤੁਸੀਂ ਸਮਝੋ, ਪਰ ਗੁਰੂ ਸਾਹਿਬਾਨ ਨੇ ਜਿਹੜਾ ਸਿੱਖ ਤਿਆਰ ਕੀਤਾ ਸੀ ਸਰਬੱਤ ਦਾ ਭਲਾ ਮੰਗਦਾ ਤੇ ਸਰਬੱਤ ਦੇ ਭਲੇ ਦੀ ਆਸ ਹੈ ਜਿਹੜੀ ਉਹ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਤਾਂ ਹੀ ਪੰਜਾਬ ਦੀ ਤੇ ਇਸ ਫਲਸਫੇ ਦੀ ਜਿਹੜੀ ਉਸਾਰੂ ਸੋਚ ਹੈ ਉਹ ਅੱਗੇ ਵੱਧ ਸਕਦੀ। ਬਹੁਤ ਧੰਨਵਾਦ।